ਬੰਸਲ ਇਮੀਗ੍ਰੇਸ਼ਨ ਕੰਸਲਟੈਂਟਸ ਜੋ ਕਿ ਤੁਹਾਨੂੰ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੀ ਸੇਵਾਵਾਂ ਪ੍ਰਦਾਨ ਕਰ ਰਹੇ ਨੇ, ਜਿਵੇਂ ਕਿ ਸਟੂਡੈਂਟ ਵੀਜ਼ਾ ਐਪਲੀਕੇਸ਼ਨ, ਸਟੂਡੈਂਟ ਵੀਜ਼ਾ ਐਕਸਟੈਂਸ਼ਨ, GNC, ਫੈਮਿਲੀ ਵੀਜ਼ਾ, ਬਿਜ਼ਨਸ ਵੀਜ਼ਾ, ਐਮਪਲੋਇਮੈਂਟ ਸਪਾਂਸਰ ਵੀਜ਼ਾ ਅਤੇ ਨਾਲ ਦੀ ਨਾਲ ਜੇਕਰ ਤੁਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਕੈਨੇਡਾ ਵਿੱਚ ਮਾਈਗ੍ਰੇਟ ਹੋਣਾ ਚਾਹੁੰਦੇ ਹੋ ਤੇ ਬੰਸਲ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ ਕਾਲ ਕਰੋ 039 602 1330. They're expert in MRT, AAT cases. ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਵਾਤੀ ਵਿਕ ਤੇ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਇਮੀ ਫॉर ਯੂ ਤੇ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਡਿਸਕਸ ਕਰਾਂਗੇ ਕਿ ਕਿਹੜਾ ਜਿਹੜੀ ਸਟੇਟ ਹੈ ਉਹ ਗੁੱਡ ਹੈਗੀ ਆ PR ਦੇ ਵਾਸਤੇ। ਆਫ ਕੋਰਸ ਜਿਹੜੀ PR ਹੈ ਉਹ ਲਾਈਫ ਟਾਈਮ ਦਾ ਸਵਾਲ ਹੁੰਦਾ ਹੈ ਤੇ ਇਹਦੇ ਬਾਰੇ ਅਸੀਂ ਡਿਸਕਸ਼ਨ ਜਿਹੜੀ ਆ ਅਜੇ ਬਾਂਸਲ ਜੀ ਦੇ ਨਾਲ ਕਰਾਂਗੇ। ਪਰ ਇਸ ਦੇ ਨਾਲ ਹੀ ਜਿਹੜੀ ਸਾਡੀ ਆਡੀਅנס ਹੈ, ਜੇ ਸਾਨੂੰ ਕੋਈ ਐਡੀਲੇਡ ਤੋਂ ਵੀ ਵੇਖ ਰਿਹਾ ਜਾਂ ਸੁਣ ਰਿਹਾ, ਉਹਨਾਂ ਵਾਸਤੇ ਵੀ ਇੱਕ ਖੁਸ਼ਖਬਰੀ ਵਾਲੀ ਗੱਲ ਇਹ ਹੈ ਕਿ ਐਡੀਲੇਡ ਦੇ ਆਫਿਸ ਤੋਂ ਬਾਂਸਲ ਇਮੀਗ੍ਰੇਸ਼ਨ ਦਾ ਆਫਿਸ ਐਡੀਲੇਡ ਵਿੱਚ ਵੀ ਹੈ ਜੀ ਤੇ ਇਸ ਦੇ ਨਾਲ ਸੈਟਰਡੇ ਤੇ ਸੰਡੇ ਅਜੇ ਬਾਂਸਲ ਜੀ ਉੱਥੇ ਜਿਹੜਾ ਆ ਆਫਿਸ ਤੇ ਤੁਹਾਨੂੰ ਮਿਲਿਆ ਕਰਨਗੇ। ਲਿਮਿਟਿਡ ਟਾਈਮ ਦੇ ਲਈ ਜਿਹੜੀ ਕੰਸਲਟੇਸ਼ਨ ਹੈ ਉਹ ਫ੍ਰੀ ਆਫ ਕੋਸਟ ਹੋਏਗੀ, ਜਸਟ ਲਿਮਿਟਿਡ ਟਾਈਮ ਦੇ ਲਈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਵੀ ਕੰਸਰਨ ਹੈ ਆਪਣੇ ਵੀਜ਼ਾ ਦੇ ਰਿਲੇਟਿਡ ਤਾਂ ਤੁਸੀਂ ਐਡੀਲੇਡ ਤੇ ਅਜੇ ਬਾਂਸਲ ਜੀ ਨੂੰ ਸੈਟਰਡੇ ਤੇ ਸੰਡੇ ਜਿਹੜਾ ਮਿਲ ਸਕਦੇ ਹੋ ਤੇ ਤੁਸੀਂ ਜਿਹੜਾ ਕੰਟੈਕਟ ਆਫਿਸ ਤੇ ਜ਼ਰੂਰ ਕਰ ਸਕਦੇ ਹੋ ਤੇ ਆਪਣੀ ਅਪਾਇੰਟਮੈਂਟ ਜਿਹੜੀ ਆ ਉਹ ਸਿਕਿਉਰ ਕਰ ਸਕਦੇ ਹੋ ਅਜੇ ਬਾਂਸਲ ਜੀ ਦੇ ਨਾਲ। ਇਸ ਦੇ ਨਾਲ ਹੀ ਅਸੀਂ ਪ੍ਰੋਗਰਾਮ ਜਿਹੜਾ ਆ ਸ਼ੁਰੂ ਕਰਦੇ ਹਾਂ ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਕਿ ਹਮੇਸ਼ਾ ਮੈਂ ਆਪਣੀ ਆਡੀਅנס ਨੂੰ ਕਹਿੰਦੀ ਹੁੰਦੀ ਹਾਂ ਕਿ ਕੋਈ ਵੀ ਕੰਸਰਨ ਹੈ ਤਾਂ ਪਲੀਜ਼ ਲਾਈਵ ਜਿਹੜਾ ਫੇਸਬੁੱਕ ਸੈਸ਼ਨ ਆ ਉੱਥੇ ਕਮੈਂਟ ਜ਼ਰੂਰ ਕਰੋ ਤੇ ਇਸ ਦੇ ਨਾਲ ਜਿਹੜੀ ਇਨਫੋਰਮੇਸ਼ਨ ਆ ਆਪਣੇ ਤੱਕ ਹੀ ਸੀਮਿਤ ਨਾ ਰੱਖੋ, ਆਪਣੇ ਜਿਹੜੇ ਫਰੈਂਡ ਸਰਕਲ ਦੇ ਵਿੱਚ ਵੀ ਜਿਹੜਾ ਆ ਸਾਰਿਆਂ ਤੱਕ ਪਹੁੰਚਾਓ ਤਾਂ ਕਿ ਜੇ ਉਹਨਾਂ ਨੂੰ ਕੋਈ ਵੀ ਲੱਗਦਾ ਹੈ ਕਿ ਕੋਈ ਕਨਫਿਊਜ਼ਨ ਆ ਜਿਹੜਾ ਵੀਜ਼ਾ ਦੇ ਰਿਲੇਟਿਡ ਤੇ ਉਹ ਜਿਹੜੀ ਆ ਬਾਂਸਲ ਇਮੀਗ੍ਰੇਸ਼ਨ ਦੇ ਨਾਲ ਸ਼ੇਅਰ ਕਰ ਸਕਣ। ਸੋ ਜਿਹੜਾ ਆ ਅਸੀਂ ਆਪਣੀ ਇਨਫੋਰਮੇਸ਼ਨ ਤੇ ਆਪਣੀ ਜਿਹੜੀ ਕਮਿਊਨੀਕੇਸ਼ਨ ਅੱਗੇ ਪ੍ਰੋਸੀਡ ਕਰਦੇ ਆ ਬਾਂਸਲ ਇਮੀਗ੍ਰੇਸ਼ਨ ਦੇ ਨਾਲ ਤੇ ਸਟਾਰਟ ਕਰਦੇ ਆ ਅਰੁਣ ਬਾਂਸਲ ਜੀ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਵਾਤੀ ਜੀ। ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋਵੋਗੇ। ਹਾਂਜੀ ਬਹੁਤ ਵਧੀਆ ਜੀ। ਜੀ ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ PR ਦੇ ਨਾਲ ਰਿਲੇਟਿਡ ਹੈ, ਪਰ PR ਤੋਂ ਪਹਿਲਾਂ ਹੋਰ ਵੀ ਜਿਹੜੇ ਕਈ ਆਕੂਪੇਸ਼ਨਸ ਹੁੰਦੇ ਆ ਜਿਹੜਾ ਸਟੂਡੈਂਟਸ ਨੂੰ ਕਾਫੀ ਜਿਹੜਾ ਜਿਨ੍ਹਾਂ ਦਾ ਧਿਆਨ ਰੱਖਣਾ ਪੈਂਦਾ ਹੈ, ਪਰ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਤੇ PMSOL ਦੀ ਲਿਸਟ ਦੇ ਵਿੱਚ ਸੋਸ਼ਲ ਵਰਕਰ ਜਿਹੜਾ ਆ ਆਕੂਪੇਸ਼ਨ ਉਹ ਇਨਕਲੂਡ ਹੋਇਆ ਆ ਤੇ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਕਿ ਉਹਦੇ ਕੀ ਫਾਇਦੇ ਹਨ ਤੇ ਉਹਦੇ ਕੀ ਨੁਕਸਾਨ ਹਨ। ਇਹ ਸਭ ਤੋਂ ਪਹਿਲਾਂ ਸਵਾਤੀ ਜੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਜਿਹੜੇ ਤੁਸੀਂ ਕਿਹਾ ਐਡਲੇਡ ਦੇ ਵਿੱਚ ਅਸੀਂ ਇਹ ਅਜੇ ਭਾਜੀ ਹੋਣਗੇ ਫਰਾਈਡੇ ਅਤੇ ਸੈਟਰਡੇ। ਆਮ ਸੋ ਸੌਰੀ, ਮੈਨੂੰ ਲੱਗਿਆ ਕਿ ਸੈਟਰਡੇ ਐਂਡ ਸੰਡੇ, ਸੌਰੀ ਜੀ। ਫਰਾਈਡੇ ਤੇ ਸੈਟਰਡੇ ਹੋਣਗੇ, ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਉੱਥੇ ਤੇ ਫ੍ਰੀ ਆਫ ਕੋਸਟ ਹੋਵੇ, ਯਾਨੀ ਕਿ ਤੁਸੀਂ ਕੰਸਲਟੇਸ਼ਨ ਤੁਹਾਨੂੰ ਲਿਮਿਟਡ ਟਾਈਮ ਲਈ ਫ੍ਰੀ ਆਫ ਕੋਸਟ ਕੰਸਲਟੇਸ਼ਨ ਤੁਹਾਨੂੰ ਹੋਏਗੀ। ਤੇ ਜਿਹੜੀ ਸੈਕੰਡ ਚੀਜ਼ ਆ ਗਈ ਸੋਸ਼ਲ ਵਰਕ ਦੀ। ਸੋਸ਼ਲ ਵਰਕ ਇਹ ਲਿਸਟ ਦੇ ਵਿੱਚ ਆਉਣ ਕਰਕੇ ਕਾਫੀ ਜ਼ਿਆਦਾ ਡਿਮਾਂਡ ਵੱਧ ਚੁੱਕੀ ਆ ਕਿਉਂਕਿ ਮੋਸਟਲੀ ਉਹ ਸਟੂਡੈਂਟ ਆਉਂਦੇ ਨੇ ਇਹ ਜਿਨ੍ਹਾਂ ਦੇ ਸੈਲਰੀ 'ਚ ਨਹੀਂ ਆਏ ਤੇ ਉਹ ਚਾਹੁੰਦੇ ਨੇ ਕਿ ਉਹ ਇਹੋ ਜਿਹਾ ਕੋਰਸ ਕਰਨ ਜਿਹਦੇ ਉਹਨਾਂ ਦਾ PR ਪੈਸੇ ਥੋੜਾ ਬਣ ਜਾਏ। ਤਾਂ ਸੋਸ਼ਲ ਵਰਕ PMSO ਲਿਸਟ ਦੇ ਵਿੱਚ ਆਉਣ ਨਾਲ ਡਿਮਾਂਡ ਵੱਧ ਗਈ ਤੇ ਇਹਦੀ ਜਿਹੜੀ ਰਿਕੁਇਜ਼ਿਟ ਆ ਉਹ 6.5 ਬੈਂਡ ਆ ਜੀ। ਜੇ ਤੁਹਾਡੇ 6.5 ਬੈਂਡ ਹੈਗੇ ਨੇ ਤਾਂ ਤੁਹਾਨੂੰ ਐਡਮਿਸ਼ਨ ਮਿਲ ਸਕਦੀ ਹੈ ਮਾਸਟਰ ਸੋਸ਼ਲ ਵਰਕ ਦੇ ਵਿੱਚ। ਜੀ ਸੌਰੀ, ਮੈਂ ਜਸਟ ਇੱਕ ਕੁਐਸਚਨ ਪੁੱਛਣਾ ਚਾਹੁੰਦੀ ਹਾਂ। ਤੁਸੀਂ ਕਿਹਾ ਆ ਕਿ 6.5 ਜਿਹੜੀ ਹੈ ਡਿਮਾਂਡ ਆ ਓਵਰਆਲ ਹੋਣੀ ਚਾਹੀਦੀ ਹੈ ਕਿ ਈਚ ਹੋਣੀ ਚਾਹੀਦੀ ਹੈ? 6 ਓਵਰਆਲ, ਮਿਨੀਮਮ 6 ਈਚ ਹੋਣੇ ਚਾਹੀਦੇ ਨੇ। ਠੀਕ ਹੈ ਜੀ। ਤੇ ਹੁੰਦਾ ਕੀ ਹੈ ਹੁਣ ਇਹਦੇ ਵਾਸਤੇ ਇੱਕ ਥੋੜੀ ਜੀ ਇੱਕ ਟਵਿਸਟ ਹੈ ਇਹਦੇ ਵਿੱਚ, ਜਿਹਨੇ ਮਾਸਟਰ ਸੋਸ਼ਲ ਵਰਕ ਕਰਨਾ ਜੇ ਤੁਹਾਨੂੰ ਤਾਂ ਤੁਹਾਡਾ ਬੈਚਲਰ ਇਹਨਾਂ ਦਾ ਬੈਕਗ੍ਰਾਉਂਡ ਹੋਣਾ ਚਾਹੀਦਾ ਜੀ। ਜੇ ਆਪਾਂ ਮੈਲਬਨ ਦੀ ਗੱਲ ਕਰੀਏ ਤਾਂ ਮੈਂ ਇੱਕ ਯੂਨੀਵਰਸਿਟੀ ACAP ਨੈਵੀਤਾਸ ਗਰੁੱਪ ਦੀ ਕਾਲਜ ਹੈਗਾ ਤੇ ਲੈਵਲ 1 ਦੇ ਕੈਟੇਗਰੀ ਦੇ ਵਿੱਚ ਆਉਂਦਾ ਜੀ। ਤੇ ਇਹਨਾਂ ਦੀ ਜਿਹੜੀ ਫੀਸ ਹੈਗੀ ਆ ਮਾਸਟਰ ਸੋਸ਼ਲ ਵਰਕ ਦੀ ਉਹ ਹੈਗੀ ਆ 47,000 ਜੀ। ਪਰ ਇਹਨੇ ਇੱਕ ਸ਼ਰਤ ਹੈ ਕਿ ਥੋੜਾ ਜਿਹਾ ਬੈਕਗ੍ਰਾਉਂਡ ਰੈਲੇਵੈਂਟ ਹੋਣਾ ਚਾਹੀਦਾ। ਜੇ ਤੁਸੀਂ ਬੈਚਲਰ ਨਰਸਿੰਗ ਕੀਤੀ ਹੋਈ ਆ ਜੀ, ਤੁਹਾਨੇ ਸੋਸ਼ੀਓਲੋਜੀ ਕੀਤੀ ਹੋਈ ਆ, ਕ੍ਰਿਮੀਨੋਲੋਜੀ ਪੜ੍ਹੀ ਹੋਈ ਆ ਬੈਚਲਰ ਦੇ ਵਿੱਚ, ਤੁਸੀਂ ਤੁਹਾਨੇ ਕੋਈ ਹੈਲਥ ਦੇ ਰਿਲੇਟਡ ਕੋਈ ਕੋਰਸ ਕੀਤਾ ਹੋਇਆ ਤਾਂ ਤੁਸੀਂ ਮਾਸਟਰ ਸੋਸ਼ਲ ਸਿੱਧਾ ਕੋਰਸ ਕਰ ਸਕਦੇ ਹੋ ਜੀ। ਤੇ ਤੁਹਾਨੂੰ ਇਹਦੀ ਫੀਸ ਤੁਹਾਨੂੰ 47,000 ਪੜੇਗੀ ਫॉर 2 ਇਅਰਸ ਜੀ। 2 ਇਅਰਸ ਵਾਸਤੇ 47,000 ਹੋਊਗੀ ਤੇ ਲੈਵਲ 1 ਕਾਲਜ ਹੈ ਤੇ ਇਹਨਾਂ ਦੇ ਯਾਨੀ ਕਿ ਵਰਕ ਪਲੇਸਮੈਂਟ ਇਨਕਲੂਡ ਨੇ ਇਹਦੇ ਵਿੱਚ। ਅਰੁਣ ਜੀ ਸੌਰੀ, ਤੁਸੀਂ ਲੈਵਲ 1 ਦੀ ਗੱਲ ਕੀਤੀ। ਮੈਨੂੰ ਪਤਾ ਹੈ ਕਿ ਜਦੋਂ ਵੀ ਅਸੀਂ ਪ੍ਰੋਗਰਾਮ ਕਰਦੇ ਆ ਤੁਸੀਂ ਜ਼ਰੂਰ ਐਕਸਪਲੇਨ ਕਰਦੇ ਹੋ ਕਿ ਲੈਵਲ 1 ਦੇ ਵਿੱਚ ਕੀ ਆਉਂਦਾ ਆ ਤੇ ਜਸਟ ਆਪਣੀ ਆਡੀਅנס ਨੂੰ ਇੱਕ ਵਾਰ ਫਿਰ ਤੋਂ ਯਾਦ ਕਰਵਾਉਣ ਵਾਸਤੇ ਕਿ ਲੈਵਲ 1 ਦਾ ਮੀਨਿੰਗ ਕੀ ਹੈ। ਇਹ ਦੋਸਤੋ ਲੈਵਲ 1 ਦਾ ਮਤਲਬ ਇਹ ਹੈ ਜੇ ਤੁਸੀਂ ਇਹ ਲੈਵਲ 1 ਕਾਲਜ ਵਿੱਚ ਅਪਲਾਈ ਕਰਦੇ ਹੋ ਤਾਂ ਡਿਪਾਰਟਮੈਂਟ ਤੁਹਾਨੂੰ ਇੰਗਲਿਸ਼ ਤੇ ਫੰਡ ਦੀ ਰਿਕੁਆਇਰਮੈਂਟ ਐਗਜ਼ਾਮ ਕਰੇਗੀ
ਠੀਕ ਹੈ, ਤਾਂ ਤੁਸੀਂ ਉਸ ਤੋਂ ਬਿਨਾਂ ਆਪਣੀ ਫਾਈਲ ਲਗਾ ਸਕਦੇ ਹੋ ਤੇ ਸਕਸੈਸ ਰੇਟ ਕਾਫੀ ਹਾਈ ਹੁੰਦਾ, ਕਿਉਂਕਿ ਲੈਵਲ 1 ਕੈਟਾਗਰੀ ਦੇ ਵਿੱਚ ਉਹੀ ਜਾਂਦੇ ਨੇ ਜਿਨ੍ਹਾਂ ਦਾ ਸਕਸੈਸ ਰੇਟ ਕਾਫੀ ਹਾਈ ਹੁੰਦਾ। ਉਹ ਕੈਟਾਗਰੀ ਹਰੇਕ 6 ਮਹੀਨੇ ਬਾਅਦ, ਜਿਵੇਂ ਲਾਸਟ ਵੀਕ ਆਫ ਮਾਰਚ ਤੇ ਲਾਸਟ ਵੀਕ ਸਤੰਬਰ ਚੇਂਜ ਹੁੰਦੇ ਨੇ। ਹੁਣ ਇਹਦੇ ਵਿੱਚ ਇੱਕ ਤਾਂ ਇਹ ਚੀਜ਼ ਹੋ ਗਈ, ਤੁਸੀਂ ਮਾਸਟਰ ਸੋਸ਼ਲ ਵਰਕ ਤੁਸੀਂ ਕਰ ਲਿਆ ਜੇ ਤੁਹਾਡਾ ਬੈਚਲਰ ਬੈਕਗ੍ਰਾਉਂਡ ਤੁਹਾਡਾ ਹੈਗਾ ਕਿ ਵੀ ਤੁਸੀਂ ਨਰਸਿੰਗ ਕੀਤੀ ਹੈ, ਸੋਸ਼ੋਲੋਜੀ ਵਗੈਰਾ ਤੁਹਾਨੂੰ ਪੜ੍ਹੀ ਆ। ਹੁਣ ਔਨ ਦੀ ਅਦਰ ਹੈਂਡ, ਹੁਣ ਜਿਹੜੇ ਮੇਰੇ ਕਈ ਵੀਰ ਭੈਣ ਭਰਾ ਮੇਰੇ ਹੋਣਗੇ ਜਿਨ੍ਹਾਂ ਨੇ ਨਰਸਿੰਗ ਨਹੀਂ ਕੀਤੀ ਜਾਂ ਅਕਾਊਂਟਿੰਗ ਬੈਚਲਰ ਕਮਰਸ ਪੜ੍ਹੀ ਆ ਜਾਂ ਬੈਚਲਰ ਆਰਟਸ ਕੀਤੀ ਹੋਈ ਆ, ਤੇ ਉਹ ਚਾਹੁੰਦੇ ਕਿ ਉਹ ਸੋਸ਼ਲ ਵਰਕ ਕਰ ਸਕਣ ਕਿਉਂਕਿ ਸੈਲਰੀ 'ਚ ਨਹੀਂ ਆਏ ਜਾਂ ਪੀਟੀ ਬੁੱਕ ਨਹੀਂ ਹੋ ਰਹੀ XYZ ਰੀਜ਼ਨ ਦੇ ਹੋਣ ਦੇ ਮੁਤਲਕ, ਤਾਂ ਫਿਰ ਉਹਨਾਂ ਵਾਸਤੇ ਆਪਾਂ ਕੀ ਆ, ਇਹਨਾਂ ਦਾ ਇੱਕ ਫਾਊਂਡੇਸ਼ਨ ਕੋਰਸ ਸੋਰਟ ਆਫ ਹੁੰਦਾ ਕਿ ਗ੍ਰੈਜੂਏਟ ਸਰਟੀਫਿਕੇਟ ਇਨ ਹਿਊਮਨ ਸਾਇੰਸ ਕਰ ਲਓ, ਤਾਂ ਉਹਦੇ ਨਾਲ ਕੁਝ ਕੁ ਕੋਗਨੀਟਿਵ ਯੂਨਿਟਸ ਇਹਨਾਂ ਦੇ ਪੂਰੇ ਹੋ ਜਾਣਗੇ ਤੇ ਇਹਨਾਂ ਨੂੰ ਐਂਟਰੀ ਮਾਸਟਰ ਸੋਸ਼ਲ ਵਰਕ ਦੇ ਵਿੱਚ ਮਿਲ ਜੇਗੀ ਜੀ। ਤਾਂ ਉਹਦੇ ਨਾਲ ਹੋਏਗਾ ਕਿ ਥੋੜੀ ਡਿਊਰੇਸ਼ਨ ਥੋੜੀ ਜਿਹੀ ਵੱਧ ਜਾਏਗੀ ਤੇ ਤੁਹਾਨੂੰ ਫੀਸ ਦਾ ਥੋੜਾ ਭਾਰ ਚੱਲਣਾ ਪਏਗਾ ਜੀ। ਜਿਵੇਂ ਉਹਨਾਂ ਦੀ ਫੀਸ 10,000 ਫੀਸ ਹੈਗੀ ਹੈ ਰਫਲੀ ਅਪਰੋਕਸੀਮੇਟਲੀ, ਜੇ ਉਹ ਕੋਰਸ ਕਰਕੇ ਤੁਸੀਂ ਮਾਸਟਰ ਸੋਸ਼ਲ ਵਰਕ ਲਈ ਕੁਆਲੀਫਾਈ ਹੋ ਜਾਓਗੇ ਜੀ। ਤੇ ਹੁਣ ਇਹ ਫੈਡਰੇਸ਼ਨ ਦੇ ਵਿੱਚ ਵੀ ਹੈਗੀ ਆ, ਕੁਝ ਹੋਰ ਕਾਲਜਿਸ ਤੇ ਯੂਨੀਵਰਸਿਟੀ ਵਿੱਚ ਹੈਗੇ ਨੇ, ਤੇ ਰੀਜ਼ਨ ਏਕੈਪ ਨੂੰ ਇਹ ਕਰਨ ਦਾ ਇਹ ਆ ਕਿ ਵੀ ਆਰ ਦੀ ਰਜਿਸਟਰਡ ਏਜੰਟ ਆਫ ਏਕੈਪ, ਪਹਿਲੀ ਚੀਜ਼। ਸੈਕਿੰਡ ਚੀਜ਼, ਇਹ ਲੈਵਲ 1 ਹੋਣ ਕਰਕੇ ਵੀਜ਼ਾ ਜਲਦੀ ਪ੍ਰੋਸੈਸ ਹੋਣ ਦੇ ਚਾਂਸਸ ਹੈਗੇ ਨੇ ਤੇ ਸਕਸੈਸ ਰੇਟ ਕਾਫੀ ਹਾਈ ਆ ਜੀ। ਅਸੀਂ ਜਿੰਨੀਆਂ ਫਾਈਲਾਂ ਲਗਾਈਆਂ ਨੇ ਏਕੈਪ 'ਚ ਉਹ ਸਾਰੀਆਂ ਅਪਰੂਵ ਹੋਈਆਂ ਨੇ ਹੁਣ ਤੱਕ ਜੀ, ਤੇ ਚੰਗਾ ਸਕਸੈਸ ਰੇਟ ਹੈ ਇਹਦੇ ਵਿੱਚ। ਤਾਂ ਜੇ ਸੋਸ਼ਲ ਵਰਕ ਕਰਨਾ, ਇਹਨਾਂ ਦੀ ਇੱਕ ਚੀਜ਼ ਹੋਰ ਆ, ਇਹਨਾਂ ਦੀ ਇੱਕ ਬ੍ਰਾਂਚ ਮੈਲਬਰਨ ਦੀ ਵੀ ਹੈਗੀ ਆ ਤੇ ਇੱਕ ਸਿਡਨੀ ਵੀ ਹੈਗੀ ਆ ਜੀ, ਤਾਂ ਤੁਸੀਂ ਕਿਤੇ ਵੀ ਕਰ ਸਕਦੇ ਹੋ ਜੀ। ਅਪਾਰਟ ਫਰਮ ਦੈਟ ਜੇ ਆਪਾਂ ਕਹੀਏ ਤਾਂ ਇਹਨਾਂ ਕੋਲ ਕ੍ਰਿਮੀਨੋਲੋਜੀ ਕੋਰਸ ਵੀ ਹੈਗੇ ਨੇ, ਸੋਸ਼ਲ ਸਾਇੰਸ ਦੇ ਹੈਗੇ ਨੇ, ਤਾਂ ਉਹ ਕੋਰਸ ਤੁਸੀਂ ਕਰ ਸਕਦੇ ਹੋ ਤਾਂ ਕਿ ਤੁਹਾਡਾ ਬੈਕਗ੍ਰਾਉਂਡ ਬਣ ਸਕੇ ਸੋਸ਼ਲ ਵਰਕ ਦੇ ਵਿੱਚ ਜੀ। ਬਿਲਕੁਲ ਜੀ। ਤੇ ਇੱਕ ਜਿਹੜੀ ਆ ਨਵੀਂ ਖਬਰ ਜਿਹੜੀ ਸੁਣਨ ਨੂੰ ਮਿਲ ਰਹੀ ਆ ਕਿ ਜਿਹੜੀ ਪੀਟੀ ਬਾਰੇ, ਪੀਟੀ ਦੇ ਜਿਹੜੇ ਸਕੋਰਸ ਆ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਚੇਂਜ ਹੋ ਚੁੱਕੀ ਹੈ। ਤੇ ਚੀਜ਼ ਤੁਸੀਂ ਕੋਈ ਵੀ ਇਨਫੋਰਮੇਸ਼ਨ ਜਿਹੜੀ ਆ ਇਸ ਰਿਗਾਰਡਿੰਗ ਦੇਣਾ ਚਾਹੋ ਸਾਡੀ ਆਡੀਅנס ਨੂੰ ਤਾਂ ਪਲੀਜ਼ ਜਿਹੜਾ ਖੁੱਲ ਕੇ ਦੱਸੋ ਕਿ ਕੀ ਰੀਜ਼ਨ ਆ। ਸਵਾਤੀ ਜਿਹੜੀ ਪੀਟੀ ਦਾ ਹੁਣ ਅੱਜ ਕੱਲ ਕੀ ਚੱਲ ਰਿਹਾ, ਇਹ ਪੀਟੀ ਨੇ ਨਵੇਂ ਆਪਣੇ ਪੁਆਇੰਟਸ ਆਪਣੇ ਅਪਡੇਟ ਕੀਤੇ ਨੇ ਕਿ ਵੀ ਜੇ ਉਹਨਾਂ ਨੇ ਜੋ ਪਹਿਲਾਂ ਘੱਟ ਸੀਗੇ ਹੁਣ ਵਧਾਤੇ, ਜੇ ਆਪਾਂ 7 ਜਾਂ 8 9 ਤੱਕ ਕਰਦੇ ਆਪਾਂ, ਠੀਕ ਹੈ ਜੀ। ਬਟ ਇਹ ਹਜੇ ਪੀਟੀ ਨੇ ਆਪਣੇ ਇੰਟਰਨਲ ਉੱਤੇ ਕਿਹਾ ਕਿ ਆਇਲਸ ਦਾ ਇਕੁਇਵਲੈਂਟ ਇਹ ਆ, ਪਰ ਇਹਦੇ ਨਾਲ ਡਿਪਾਰਟਮੈਂਟ ਨੇ ਕੋਈ ਅਪਡੇਟ ਨਹੀਂ ਕੀਤੀ ਹਜੇ ਕਿ ਸਪੋਜ਼ ਜੇ ਤੁਹਾਡੇ 5.5 ਬੈਂਡ ਨੇ ਡਿਪਾਰਟਮੈਂਟ ਦੀ ਵੈਬਸਾਈਟ ਤੇ ਅੱਜ ਵੀ, ਜੇ ਤੁਹਾਡੇ ਪੀਟੀ ਚ 42 ਨੇ, ਚਾਹੇ ਉਹ 6 ਬੰਦੇ ਨੇ ਚਾਹੇ 5 ਬੰਦੇ ਨੇ, ਐਸ ਪਰ ਜਿਹੜੇ ਨਵੇਂ ਪੀਟੀ ਨੇ ਪੁਆਇੰਟ ਕੱਢੇ ਨੇ, ਪਰ ਡਿਪਾਰਟਮੈਂਟ ਜੇ 42 ਨੇ ਉਹ ਤੁਹਾਨੂੰ ਕੰਸੀਡਰ ਕਰਨਗੇ ਕਿਉਂਕਿ ਵੈਬਸਾਈਟ ਉੱਤੇ ਹਜੇ ਅਪਡੇਟ ਨਹੀਂ ਕੀਤਾ ਜੀ। ਤਾਂ ਤੁਹਾਨੂੰ ਫਿਲਹਾਲ ਘਬਰਾਉਣ ਦੀ ਲੋੜ ਨਹੀਂ ਹੈਗੀ, ਤੁਸੀਂ ਆਪਣੀ ਤਿਆਰੀ ਕਰਦੇ ਰਹੋ, ਜਿੰਨੇ ਆਣਗੇ ਉਸ ਨਾਲ ਜਦੋਂ ਜੇ ਅਪਡੇਟ ਹੁੰਦਾ ਜਦੋਂ ਹੋਊਗਾ ਫਿਰ ਉਦੋਂ ਉਸ ਟਾਈਮ ਐਪਲੀਕੇਬਲ ਹੋ ਜਾਣਗੇ ਜੀ। ਕਿਉਂਕਿ ਹਰ ਇੱਕ ਸਟੂਡੈਂਟਸ ਨੇ ਜਿਹੜਾ ਸੋਚਿਆ ਹੁੰਦਾ ਆਪਣੇ ਲੈਵਲ ਦੇ ਹਿਸਾਬ ਦੇ ਨਾਲ ਕਿ ਹਾਂਜੀ ਉਹ ਇਹ ਲੈਵਲ ਜਿਹੜਾ ਅਚੀਵ ਕਰ ਸਕਦੇ ਨੇ, ਤੇ ਕਿਸੇ ਨਾ ਕਿਸੇ ਪਾਸੇ ਵਰੀ ਦੀ ਗੱਲ ਜਿਹੜੀ ਹੈ ਸਟੂਡੈਂਟਸ ਨੂੰ ਲੱਗਦੀ ਹੈ। ਤੇ ਥੈਂਕ ਯੂ ਜਿਹੜੀ ਤੁਸੀਂ ਆਹ ਖਬਰ ਜਿਹੜੀ ਹੈ ਸਾਂਝੀ ਕੀਤੀ ਆਡੀਅנס ਦੇ ਨਾਲ, ਤੇ ਉਹਨਾਂ ਨੂੰ ਇਹ ਯਕੀਨ ਦਿਵਾਇਆ ਕਿ ਹਜੇ ਜਿਹੜੀ ਹੈ ਇਨਫੋਰਮੇਸ਼ਨ ਅਪਡੇਟ ਨਹੀਂ ਹੋਈ, ਡਿਪਾਰਟਮੈਂਟ ਵੱਲੋਂ ਨਹੀਂ ਕੀਤੀ ਜੀ। ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਸਟਾਰਟ ਕਰੀਏ ਰੀਜਨਲ ਵਿਕਟੋਰੀਆ ਦੇ ਵਿੱਚ ਕੋਰਸਿਸ ਦੀ, ਆਕਿਊਪੇਸ਼ਨਸ ਦੀ, ਕਿ ਕਿਹੜੇ ਆਪਸ਼ਨਸ ਹੈਗੀਆਂ ਸਟੂਡੈਂਟ ਵਾਸਤੇ ਰੀਜਨਲ ਏਰੀਆਜ਼ ਦੇ ਵਿੱਚ। ਸਵਾਤੀ ਜੀ, ਰੀਜਨਲ ਵਿਕਟੋਰੀਆ ਦੇ ਵਿੱਚ ਜਿਹੜੇ ਟ੍ਰੇਡ ਕੋਰਸ ਕਰਨਾ ਚਾਹੁੰਦੇ ਨੇ ਜੀ, ਜਾਂ ਤੁਸੀਂ ਗ੍ਰੈਜੂਏਟ ਡਿਪਲੋਮਾ ਕਰਨਾ ਚਾਹੁੰਦੇ ਹੋ ਜੀ ਅਰਲੀ ਚਾਈਲਡਹੁੱਡ ਦਾ, ਤਾਂ RMIT ਕੋਲ ਹੈਗਾ ਜੀ। ਤੇ ਜੇ ਕੁਕਰੀ ਕਰਨਾ ਚਾਹੁੰਦੇ ਹੋ ਤਾਂ ਵੈਰੀਟਾਸ ਕਾਲਜ ਜਿਲੋਂਗ ਦੇ ਵਿੱਚ ਹੈਗਾ ਜੀ। ਉਹਨਾਂ ਦੀ ਫੀਸ ਵੀ ਠੀਕ ਆ 19,000 ਫੀਸ ਹੈਗੀ ਹੈ ਜੀ। ਤੇ ਪੇਮੈਂਟ ਪਲਾਨ ਉਹਨਾਂ ਦਾ ਹੈਗਾ ਸਰ 3 ਫॉर ਡਿਪਲੋਮਾ ਤੁਸੀਂ ਕਰ ਸਕਦੇ ਹੋ। ਜੇ ਲੀਡਰਸ਼ਿਪ ਦਾ ਕੋਰਸ ਕਰਨਾ ਉਹ ਵੀ ਉਹਨਾਂ ਕੋਲ ਅਵੇਲੇਬਲ ਹੈਗਾ ਜੀ, ਠੀਕ ਹੈ। ਤੇ ਫੀਸ ਵੀ ਕਿਫਾਇਤੀ ਠੀਕ ਹੈ ਐਜ਼ ਕੰਪੇਅਰ ਟੂ ਮੈਲਬਰਨ ਦੇ ਬਰਾਬਰ ਹੀ CBD ਦੇ। ਤੇ ਜੇ ਤੁਸੀਂ ਕਰਨਾ ਚਾਹੁੰਦੇ ਪੇਂਟਿੰਗ ਤਾਂ ਸੈਂਟਰ ਆਫ ਐਕਸਲੈਂਸ ਕਾਲਜ ਹੈਗਾ ਉੱਥੇ, ਜਿਨ੍ਹਾਂ ਦੀ ਰਜਿਸਟਰ 104 ਵੀਕਸ ਦੇ ਵਿੱਚ ਰਜਿਸਟਰਡ ਆ, ਤਾਂ ਤੁਸੀਂ ਆਪਣੀ TR ਅਪਲਾਈ ਕਰ ਸਕਦੇ ਹੋ। ਤੁਹਾਨੂੰ ਡਿਪਲੋਮਾ ਬਿਲਡਿੰਗ ਕੰਸਟਰਕਸ਼ਨ ਕਰਨ ਦੀ ਲੋੜ ਨਹੀਂ ਪੈਣੀ, ਤੇ $22,000 ਫੀਸ ਆ ਉਹਦੀ ਫॉर 2 ਇਅਰਸ ਜੀ। ਹੁਣ ਜਿਹੜੇ ਮੇਰੇ ਦੋਸਤ ਕਹਿੰਦੇ ਕਿ ਅਸੀਂ ਆਟੋਮੋਟਿਵ ਕੋਰਸ ਕਰਨਾ, ਤਾਂ ਉਹ ਸ਼ੈਪਟਨ ਦੇ ਵਿੱਚ ਕਾਲਜ ਹੈਗਾ ਐਵਰੈਸਟ ਕਾਲਜ ਜੀ, ਜਿਨ੍ਹਾਂ ਦੀ ਇੱਕ ਬ੍ਰਾਂਚ ਹੈਗੀ ਆ ਥੋਮਸਟਾਊਨ, ਲੇਲਰ ਅਤੇ ਸੈਪਟਨ। ਉਹਨਾਂ ਕੋਲ ਸਰ 3 ਫॉर ਡਿਪਲੋਮਾ ਆਟੋਮੋਟਿਵ ਉਹਨਾਂ ਕੋਲ ਅਵੇਲੇਬਲ ਹੈਗਾ, ਤੇ ਫੀਸ ਹੈਗੀ $22,000 ਜੀ। ਉਹਨਾਂ ਦਾ ਇੱਕ ਚੀਜ਼ ਫਾਇਦਾ, ਜੇ ਤੁਸੀਂ ਸਰ 3 ਜਾਂ 4 ਤੋਂ ਕੀਤਾ ਹੋਇਆ ਜਾਂ ਤੁਹਾਨੂੰ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ 1 ਸਾਲ ਲੰਬਾ ਆਪਣਾ ਇਹ ਵੀਜ਼ਾ ਐਕਸਟੈਂਡ ਕਰਾਉਣਾ, ਤਾਂ ਉਹਨਾਂ ਜਿਹੜਾ ਆਟੋਮੋਟਿਵ ਦਾ ਟੈਕਨੋਲੋਜੀ ਕੋਰਸ ਆ ਉਹ 1 ਈਅਰ ਦਾ ਜੀ। ਮੋਸਟਲੀ ਕਈ ਕੋਲ 6 ਮਹੀਨੇ ਦਾ, ਉਹਨਾਂ ਦਾ 1 ਈਅਰ ਦਾ, ਤਾਂ ਥੋੜਾ ਵੀਜ਼ਾ ਜ਼ਿਆਦਾ ਲੰਬੇ ਤੁਹਾਨੂੰ ਮਿਲ ਸਕਦਾ, ਤੇ ਤੁਸੀਂ ਕੱਲ ਨੂੰ ਆਪਣਾ ਜੋ ਵੀ ਤੁਹਾਨੂੰ ਕਰਨਾ ਤੁਸੀਂ ਆਪਣਾ ਪਲਾਨ ਕਰ ਸਕਦੇ ਹੋ ਜਿਸ ਤਰੀਕੇ ਨਾਲ ਕਰਨਾ ਜੀ।
ਤੇ ਇੱਕ ਜਿਹੜੀ ਆ ਗੱਲ ਹੋਰ ਕਰਨੀ ਚਾਹੁੰਦੀ ਆ ਸੋਸ਼ਲ ਵਰਕਰ ਦੇ ਰਿਗਾਰਡਿੰਗ ਆਕੂਪੇਸ਼ਨ ਦੇ ਕਿ ਉਹਦਾ ਫੀਸ ਸਟਰਕਚਰ ਤੁਸੀਂ ਦੱਸ ਦਿੱਤਾ ਸੀ ਕਿ 47 ਹਾਂਜੀ ਤੇ ਜਿਹੜਾ ਇਨਟੇਕ ਹੈ ਉਹ ਕਿਹੜੇ ਮੰਥ ਜਿਹੜਾ ਆ ਸਟਾਰਟ ਹੋ ਰਿਹਾ ਹੈ ਇਜ਼ ਮੇਨਲੀ ਜਿਹੜਾ ਅਪਕਮਿੰਗ ਇਨਟੇਕ ਆ ਉਹ ਮਾਰਚ ਇਨਟੇਕ ਹੈਗਾ ਜੀ ਠੀਕ ਹੈ ਤਾਂ ਤੁਸੀਂ ਮਾਰਚ ਇਨਟੇਕ ਲਈ ਅਪਲਾਈ ਕਰ ਸਕਦੇ ਹੋ ਤੇ ਤੁਸੀਂ ਆਪਣੇ ਰਿਕੁਆਇਰਮੈਂਟ ਸਾਰੇ ਪੂਰੇ ਕਰੋ ਡਾਕੂਮੈਂਟ ਸਾਨੂੰ ਆਪਣੇ ਮੇਲ ਕਰ ਦਿਓ ਜੀ ਤੇ ਅਸੀਂ ਤੁਹਾਨੂੰ ਅਸੈਸ ਕਰਕੇ ਦੱਸ ਜੇ ਤੁਹਾਨੂੰ ਲੱਗਦਾ ਕਿ ਵੀ ਜੇ ਤੁਹਾਨੇ ਕੋਈ ਸੋਸ਼ਲ ਸਾਇੰਸ ਦਾ ਕੋਰਸ ਪੜ੍ਹਿਆ ਹੋਇਆ ਸੋਸ਼ੀਓਲੋਜੀ ਦਾ ਕੋਰਸ ਤੁਹਾਨੇ ਕੀਤਾ ਬੈਚਲਰ ਦੇ ਵਿੱਚ ਤੇ ਤੁਹਾਨੂੰ ਤੁਸੀਂ ਸ਼ੋਰ ਨਹੀਂ ਹੈਗੇ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@bansalimigration.com.au ਤੇ ਜਿਹਦੇ ਉੱਤੇ ਤੁਸੀਂ ਈਮੇਲ ਕਰਕੇ ਪੁੱਛ ਸਕਦੇ ਕਿ ਅਸੀਂ ਮਾਸਟਰ ਸੋਸ਼ਲ ਵਰਕ ਕਰਨ ਲਈ ਕੁਆਲੀਫਾਈ ਹੈ ਕਿ ਨਹੀਂ ਹੈਗੇ ਕਿ ਸਾਨੂੰ ਗ੍ਰੈਜੂਏਟ ਸਰਟੀਫਿਕੇਟ ਜਾਂ ਗ੍ਰੈਜੂਏਟ ਡਿਪਲੋਮਾ ਕੋਈ ਕਰਨਾ ਪਏਗਾ ਤਾਂ ਤੁਹਾਨੂੰ ਅਸੀਂ ਦੱਸ ਦਾਂਗੇ ਕਿ ਤੁਹਾਨੂੰ ਆਹ ਕੋਰਸ ਤੁਹਾਨੂੰ ਕਰਨਾ ਪਏਗਾ ਜਾਂ ਤੁਸੀਂ ਡਾਇਰੈਕਟ ਐਂਟਰੀ ਤੁਹਾਡੀ ਹੋ ਸਕਦੀ ਕਿ ਨਹੀਂ ਹੋ ਸਕਦੀ ਤਾਂ ਤੁਹਾਡਾ ਟਾਈਮ ਤੇ ਪੈਸਾ ਸੇਵ ਹੋ ਸਕਦਾ ਤੁਸੀਂ ਉਸ ਤਰੀਕੇ ਨਾਲ ਆਪਣਾ ਪਲਾਨ ਕਰ ਸਕਦੇ ਹੋ ਜੀ ਤੇ ਐਜੂਕੇਸ਼ਨ ਦੇ ਰਿਲੇਟਡ ਤੇ ਆਕੂਪੇਸ਼ਨ ਦੇ ਰਿਗਾਰਡਿੰਗ ਜੇ ਕੋਈ ਹੋਰ ਇਨਫੋਰਮੇਸ਼ਨ ਤੁਸੀਂ ਸਾਂਝੀ ਕਰਨੀ ਚਾਹੋ ਸਾਡੀ ਆਡੀਅנס ਦੇ ਨਾਲ ਤੇ ਬਸ ਮੈਂ ਇੱਕ ਚੀਜ਼ ਇਹ ਚੀਜ਼ ਕਹਿਣਾ ਕਿ ਵੀ ਇਹ ਕਿਸੇ ਦੇ ਮਗਰ ਲਾ ਕੇ ਤੁਹਾਡੇ ਯਾਰ ਦੋਸਤ ਭੈਣ ਭਰਾ ਜਾਂ ਤੁਹਾਨੂੰ ਜਿਹੜੇ ਕਿ ਜੇ ਤੁਹਾਡੇ ਯਾਰ ਦੋਸਤ ਕੋਈ ਚਲਾ ਗਿਆ ਰੀਜਨਲ ਦੇ ਵਿੱਚ ਤਾਂ ਉਹਦੇ ਮਗਰ ਲਾ ਕੇ ਨਾ ਜਾਓ ਤੁਸੀਂ ਦੇਖੋ ਕਿ ਤੁਹਾਡਾ ਆਕੂਪੇਸ਼ਨ ਉਹਦੇ ਵਿੱਚ ਹੈਗਾ ਤੁਹਾਡਾ ਇੰਟਰਸਟ ਬਣਦਾ ਤੁਹਾਨੂੰ ਜੋਬ ਓਪਰਚੁਨਿਟੀ ਹੈਗੀ ਕਿ ਨਹੀਂ ਹੈਗੀ ਤੇ ਤੁਹਾਨੂੰ ਫਿਊਚਰ ਲਈ ਕੀ ਪਲਾਨ ਕੀਤੇ ਨੇ ਇਹ ਸਾਰੀ ਚੀਜ਼ਾਂ ਧਿਆਨ ਰੱਖ ਕੇ ਤਾਂ ਹੀ ਤੁਸੀਂ ਜਾਓ ਅਦਰਵਾਈਜ਼ ਇਹ ਸਟੈਪ ਨਾ ਚੱਕੋ ਪਹਿਲਾਂ ਦੇਖੋ ਕਿ ਤੁਹਾਨੂੰ ਫਿਊਚਰ ਕੀ ਪਲਾਨ ਕੀਤਾ ਜੀ ਬਿਲਕੁਲ ਜੀ ਤੇ ਬਹੁਤ ਬਹੁਤ ਧੰਨਵਾਦ ਅਰੁਣ ਜੀ ਤੁਹਾਡਾ ਸਾਡੇ ਜਿਹੜਾ ਆ ਸ਼ੋਅ ਤੇ ਆ ਕੇ ਸਾਡੀ ਆਡੀਅנס ਨੂੰ ਜਿਹੜੀ ਆ ਸਾਰੀ ਚੀਜ਼ਾਂ ਦੇ ਬਾਰੇ ਜਿਹੜੀ ਜਾਣਕਾਰੀ ਦੇਣ ਵਾਸਤੇ ਪਰ ਇਸ ਤੋਂ ਪਹਿਲਾਂ ਨਾਲ ਥੋੜੇ ਜਿਹੇ ਕਮੈਂਟ ਸਾਡੀ ਆਡੀਅנס ਦੇ ਵੱਲੋਂ ਜਿਹੜੇ ਭੇਜੇ ਗਏ ਨੇ ਸਾਨੂੰ ਅਸੀਂ ਉਹਨਾਂ ਨੂੰ ਵੀ ਜ਼ਰੂਰ ਜਿਹੜਾ ਪੜ੍ਹ ਲਈਏ ਖੁਰਮ ਅਬਾਸ ਜੀ ਮੈਨੂੰ ਯਾਦ ਹੈ ਕਿ ਤੁਸੀਂ ਨਿਊਜ਼ ਦੇ ਵੇਲੇ ਵੀ ਜਿਹੜਾ ਸਾਨੂੰ ਕੁਐਸਚਨ ਕੀਤਾ ਸੀ ਹੋਟਲ ਕੁਆਰੰਟੀਨ ਐਕਸਪੈਂਸਿਸ ਨੂੰ ਲੈ ਕੇ ਮੈਂ ਜਿਹੜੀ ਗੱਲ ਕੀਤੀ ਸੀ ਹੋਟਲ ਕੁਆਰੰਟੀਨ ਜਿਹੜੀ ਉਹ ਮੈਂ ਕੀਤੀ ਸੀ ਵਿਕਟੋਰੀਆ ਦੀ ਐਡੀਲੇਡ ਦੀ ਤੁਸੀਂ ਜਿਹੜਾ ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਦੀ ਜਿਹੜੀ ਵੈਬਸਾਈਟ ਆ ਉੱਥੇ ਜਾ ਕੇ ਜਿਹੜਾ ਆ ਪੂਰੀ ਜਾਣਕਾਰੀ ਜਿਹੜੀ ਲੈ ਸਕਦੇ ਹੋ ਤੇ ਇਸ ਦੇ ਨਾਲ ਹੀ ਉਹ ਸਾਨੂੰ ਕਹਿ ਰਹੇ ਨੇ ਸੋ ਨਾਈਸ ਗੁੱਡ ਐਫਰਟਸ ਪੰਜਾਬ ਟੀਵੀ ਥੈਂਕ ਯੂ ਸੋ ਮਚ ਅਬਾਸ ਜੀ ਕੁਲਦੀਪ ਸਿੰਘ ਜੀ ਕਹਿ ਰਹੇ ਨੇ ਗੁੱਡ ਜੌਬ ਸਵਾਤੀ ਵਿਦ ਪੰਜਾਬ ਟੀਵੀ ਆਸਟ੍ਰੇਲੀਆ ਥੈਂਕ ਯੂ ਸੋ ਮਚ ਕੁਲਦੀਪ ਸਿੰਘ ਜੀ ਤੇ ਨਾਲ ਹੀ ਮਾਨ ਐਂਜਲ ਜਿਹੜੇ ਨੇ ਉਹ ਪੁੱਛ ਰਹੇ ਨੇ 491 ਵੀਜ਼ਾ ਬਾਰੇ ਜੀ ਹਾਂ ਇਹਦੀ ਇਨਫੋਰਮੇਸ਼ਨ ਜਿਹੜੀ ਅਸੀਂ ਬ੍ਰੇਕ ਤੋਂ ਬਾਅਦ ਆਣ ਕੇ ਅਜੇ ਬਾਂਸਲ ਜੀ ਦੇ ਨਾਲ ਗੱਲਬਾਤ ਕਰਾਂਗੇ ਤੇ ਤੁਹਾਡੇ ਜਿਹੜੇ ਸਵਾਲ ਹੈ ਉਹਨਾਂ ਦੇ ਜਵਾਬ ਤੁਹਾਨੂੰ ਜ਼ਰੂਰ ਜਿਹੜੇ ਦੇਵਾਂਗੇ ਤੇ ਉਸ ਤੋਂ ਬਾਅਦ ਇੰਦਰ ਕੱਕਰ ਜੀ ਕਹਿ ਰਹੇ ਨੇ ਗੁੱਡ ਜੌਬ ਮੈਮ ਥੈਂਕ ਯੂ ਇੰਦਰ ਜੀ ਤੇ ਸੁਖਬੀਰ ਕੱਕਰ ਅਗੇਨ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਬਾਂਸਲ ਸਰ ਐਂਡ ਸਵਾਤੀ ਜੀ ਤੇ ਸਤਿ ਸ਼੍ਰੀ ਅਕਾਲ ਸੁਖਬੀਰ ਜੀ ਤੁਹਾਨੂੰ ਤੇ ਇਸ ਦੇ ਨਾਲ ਹੀ ਉਹ ਕਹਿ ਰਹੇ ਨੇ ਗੁੱਡ ਇਨਫੋਰਮੇਸ਼ਨ ਸਵਾਤੀ ਮੈਮ ਥੈਂਕ ਯੂ ਸੁਖਬੀਰ ਜੀ ਤੇ ਉਸ ਤੋਂ ਬਾਅਦ ਜਿਹੜੇ ਕਮੈਂਟਸ ਹੈ ਉਹ ਸਾਨੂੰ ਨਾਲ ਮਿਲਦੇ ਜਾਣਗੇ ਤੇ ਅਸੀਂ ਉਹਨਾਂ ਦੇ ਜਵਾਬ ਵੀ ਦਿੰਦੇ ਰਵਾਂਗੇ ਪਰ ਟਾਈਮ ਹੈ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਜਾਣ ਤੋਂ ਪਹਿਲਾਂ ਮੈਂ ਇੱਕ ਇਨਫੋਰਮੇਸ਼ਨ ਤੁਹਾਨੂੰ ਦੁਬਾਰਾ ਜਿਹੜੀ ਰਿਪੀਟ ਕਰਨੀ ਚਾਹਾਂਗੀ ਆਈ ਅਪੋਲੋਜੀ ਫॉर दैट ਜੀ ਹਾਂ ਬਾਂਸਲ ਜੀ ਜਿਹੜੇ ਅਜੇ ਬਾਂਸਲ ਜੀ ਐਡੀਲੇਡ ਜਿਹੜਾ ਆਫਿਸ ਹੈ ਉੱਥੇ ਮਿਲਣਗੇ ਫਰਾਈਡੇ ਤੇ ਸੈਟਰਡੇ ਨੂੰ ਆਮ ਸੋ ਸੌਰੀ ਕਿਸੇ ਰੀਜ਼ਨ ਕਰਕੇ ਮਿਸ ਜਿਹੜੀ ਕਮਿਊਨੀਕੇਸ਼ਨ ਕਰਕੇ ਮੈਂ ਸੈਟਰਡੇ ਸੰਡੇ ਜਿਹੜਾ ਕਹਿ ਦਿੱਤਾ ਸੀਗਾ ਬਟ ਇਟਸ ਫਰਾਈਡੇ ਐਂਡ ਸੈਟਰਡੇ ਤੁਸੀਂ ਜਿਹੜੇ ਆ ਆਪਣੀ ਅਪਾਇੰਟਮੈਂਟ ਉਹਨਾਂ ਦੇ ਨਾਲ ਬੁੱਕ ਕਰ ਸਕਦੇ ਹੋ 040 660 ਤੇ ਜੀ ਤੇ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ ਸਤਿ ਸ਼੍ਰੀ ਅਕਾਲ ਜੀ ਮੈਂ ਨਵਜੋਤ ਮੱਲੀ ਸਟਾਰ ਮੋਟਰ ਵਰਕਸ ਤੋਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ 5 ਸਾਲ ਤੋਂ ਪੈਕਰਮ ਦੇ ਵਿੱਚ ਵਰਕਸ਼ਾਪ ਰਨ ਕਰ ਰਹੇ ਹਾਂ ਹੁਣ ਕਸਟਮਰ ਦੀ ਰਿਕੁਆਇਰਮੈਂਟ ਤੇ ਡਿਮਾਂਡ ਦੇ ਹਿਸਾਬ ਨਾਲ ਨਵੀਂ ਸ਼ਾਪ ਕਲਾਈਡ ਨਾਰਥ ਦੇ ਵਿੱਚ ਓਪਨ ਕੀਤੀ ਹੈ ਜੀ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕਰਦੇ ਹਾਂ ਉਹ ਨੇ ਜੀ ਲੌਗਬੁੱਕ ਸਰਵਿਸਿੰਗ ਔਨ ਆਲ ਮਿਕਸ ਐਂਡ ਮਾਡਲ major and minor repairs, roadworthies, new and used tires, wheel alignments, new and used batteries. ਇਸ ਤੋਂ ਇਲਾਵਾ courtesy car ਵੀ ਅਵੇਲੇਬਲ ਹੈ ਜੀ ਅਸੀਂ ਇੱਥੇ ਪੈਨਰਾਈਟ ਦਾ ਆਇਲ ਯੂਜ਼ ਕਰਦੇ ਹਾਂ ਤੇ ਰਾਈਕੋ ਦੇ ਫਿਲਟਰ ਤਾਂ ਜੋ ਤੁਹਾਡੀ ਜਿਹੜੀ ਵਾਰੰਟੀ ਹੈ ਨਿਊ ਕਾਰ ਵਾਰੰਟੀ ਵਾਈਡ ਨਾ ਹੋਵੇ ਸਾਡਾ ਪੈਕਰਮ ਦਾ ਐਡਰੈਸ ਹੈ ਜੀ ਫੈਕਟਰੀ 4 ਨੰਬਰ 6 ਹੋਗਨ ਕੋਟ ਫੋਨ ਨੰਬਰ ਹੈ ਜੀ 59411602 ਕਲਾਈਡ ਦਾ ਐਡਰੈਸ ਹੈ ਜੀ ਨੰਬਰ 2 ਸਿਲਵਰੈਟਾ ਕੋਟ ਫੋਨ ਨੰਬਰ ਹੈ ਜੀ 0423479322 ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਅਸੀਂ ਆਸ ਕਰਦੇ ਹਾਂ ਅਸੀਂ ਤੁਹਾਨੂੰ ਬੈਸਟ ਸਰਵਿਸ ਇਨ ਟਾਊਨ ਪ੍ਰੋਵਾਈਡ ਕਰਾਂਗੇ ਧੰਨਵਾਦ ਜੀ ਇੰਡੀਆ ਦੀਆਂ ਖੂਬਸੂਰਤ ਯਾਦਾਂ ਨੂੰ ਯਾਦ ਕਰਾਉਂਦਾ ਹੋਇਆ ਵੀ ਪ੍ਰੈਜ਼ੈਂਟ ਮੈਮਰੀਜ਼ ਆਫ ਇੰਡੀਆ ਇੰਡੀਅਨ ਰੈਸਟੋਰੈਂਟ ਐਂਡ ਪਾਰਟੀ ਹਾਲ ਬਹੁਤ ਹੀ ਖੂਬਸੂਰਤ ਡੈਕੋਰੇਸ਼ਨ ਐਂਡ ਇੰਟੀਰੀਅਰ ਸੀਟਿੰਗ ਐਂਡ ਵੈਲ ਟ੍ਰੇਨਡ ਸਟਾਫ ਲੈ ਕੇ ਆਏ ਨੇ ਮੈਮਰੀਜ਼ ਆਫ ਇੰਡੀਆ
ਮੈਮਰੀਜ਼ ਆਫ ਇੰਡੀਆ ਤੁਹਾਡੇ ਲਈ ਲੈ ਕੇ ਆਇਆ ਹੈ ਬ੍ਰੇਕਫਾਸਟ, ਲੰਚ ਐਂਡ ਡਿਨਰ। ਜੀ ਹਾਂ, ਇਟਸ ਓਪਨ ਫਰੋਮ 10 AM till 11 PM in the night time। ਵੈਜ ਨੌਨ ਵੈਜ ਥਾਲੀ ਦੇ ਨਾਲ ਇਹਨਾਂ ਦੀ ਸਪੈਸ਼ਲਿਟੀ ਹੈ ਅੰਮ੍ਰਿਤਸਰੀ ਕੁਲਚੇ, ਛੋਲੇ ਭਟੂਰੇ, all types of stuffed paranthas, gulab jamuns and hot jalebi। It's open from 10 AM till 11 PM and it's located in Raven Hall। And ਉਹਨਾਂ ਨੂੰ ਤੁਸੀਂ ਬੁੱਕ ਕਰ ਸਕਦੇ ਹੋ ਕਿਸੇ ਵੀ ਪਾਰਟੀ ਹਾਲ ਲਈ ਅਪ ਟੂ 150 ਪੀਪਲ ਤੇ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਵੈਜ ਔਰ ਨਾਨ ਵੈਜ ਕੇਟਰਿੰਗ ਦੇ ਲਈ। ਐਂਡ ਬੱਚਿਆਂ ਲਈ ਇੱਕ ਸਪੈਸ਼ਲ ਪਲੇਗਰਾਉਂਡ ਜਿੱਥੇ ਤੁਹਾਡੇ ਬੱਚੇ ਫ੍ਰੀ ਪਲੇ ਦਾ ਆਨੰਦ ਉਠਾ ਸਕਦੇ ਨੇ। 200 ਕਾਰ ਪਾਰਕਿੰਗ, ਸਪੈਸ਼ਲ ਟੈਕਸੀ ਪਾਰਕਿੰਗਸ ਐਂਡ ਲੋਟਸ ਆਫ ਸਪੇਸ ਫॉर ਟਰੱਕਸ। ਇਹਨਾਂ ਸਾਰੀਆਂ ਸੁਵਿਧਾਵਾਂ ਦਾ ਆਨੰਦ ਉਠਾਉਣ ਲਈ ਅੱਜ ਹੀ ਵਿਜ਼ਿਟ ਕਰੋ। ਜੀ ਹਾਂ, ਮੈਮਰੀਜ਼ ਆਫ ਇੰਡੀਆ ਇਨ ਰੈਵਨ ਹਾਲ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਫਿਰ ਤੋਂ ਬਹੁਤ ਸਵਾਗਤ ਹੈ ਸਾਡੀ ਆਡੀਅנס ਦਾ ਪ੍ਰੋਗਰਾਮ ਇਮੀ ਫॉर ਯੂ ਤੇ ਸਾਡੇ ਨਾਲ ਮੌਜੂਦ ਨੇ ਸਾਡੇ ਸਟੂਡੀਓ ਦੇ ਵਿੱਚ ਅਜੇ ਬਾਂਸਲ ਜੀ, ਜਿਹੜੇ ਅੱਜ ਡਿਸਕਸ ਕਰਨਗੇ ਸਾਡੇ ਨਾਲ ਕਿ ਕਿਵੇਂ ਕਿਹੜੀ ਸਟੇਟ ਗੁੱਡ ਹੈਗੀ ਆ ਪੀਆਰ ਵਾਸਤੇ। ਪਰ ਇਸ ਤੋਂ ਪਹਿਲਾਂ ਅਸੀਂ ਕੁਐਸਚਨ ਡਿਸਕਸ ਕਰੀਏ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਸਤਿ ਸ਼੍ਰੀ ਅਕਾਲ ਅਜੇ ਜੀ। ਸਤਿ ਸ਼੍ਰੀ ਅਕਾਲ ਸਵਾਤੀ ਜੀ। ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ। ਹਾਂਜੀ ਸਵਾਤੀ, ਥੋੜਾ ਜਿਹਾ ਆਈ ਵਾਸ ਗਲਾ ਖਰਾਬ ਹੈ ਜੀ, ਉਹ ਚੱਲਦਾ ਰਹਿੰਦਾ ਆ। ਹਾਂਜੀ, ਮੌਸਮ ਦੇ ਅਕੋਰਡਿੰਗ ਵੀ ਤੇ ਜਿਵੇਂ ਥੋੜੀ ਜੀ ਹੈਲਥ ਤੁਹਾਡੀ ਲਾਸਟ ਟਾਈਮ ਵੀ ਥੋੜੀ ਸਰਜਰੀ ਕਰਕੇ ਵੀ ਥੋੜਾ ਜਿਹਾ ਹਨਾ, ਤੇ ਉਹ ਤੇ ਚੱਲਦਾ ਰਹੇਗਾ। ਪਰ ਥੈਂਕ ਯੂ ਸੋ ਮੱਚ ਕਿ ਤੁਸੀਂ ਸਾਰੇ ਜਿਹੜੇ ਹਾਲਾਤਾਂ ਦੇ ਬਾਵਜੂਦ ਵੀ ਸਾਡੇ ਨਾਲ ਜਿਹੜੇ ਜੁੜਦੇ ਹੋ, ਜਿਹੜੀ ਆਡੀਅנס ਆ ਉਹਨੂੰ ਜਿਹੜੀ ਇਨਫੋਰਮੇਸ਼ਨ ਜਿਹੜੀ ਆ ਸਾਂਝੀ ਕਰਦੇ ਹੋ, ਉਹਦੇ ਵਾਸਤੇ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ। ਤੇ ਗੱਲ ਸਟਾਰਟ ਕਰਦੇ ਆ ਪੀਆਰ ਦੀ। ਹਾਂਜੀ, ਪੀਆਰ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਹਰ ਕੋਈ ਬੰਦਾ ਜਦੋਂ ਟਰੈਵਲ ਕਰਦਾ ਹੈ ਆਸਟ੍ਰੇਲੀਆ ਦੇ ਵਿੱਚ ਤੇ ਉਹਨੂੰ ਲੈਣ ਦਾ ਜਿਹੜਾ ਸੁਪਨਾ ਆ ਉਹ ਸਜੋ ਕੇ ਰੱਖਦਾ ਹੈ। ਤੇ ਅਸੀਂ ਉਸੇ ਬਾਰੇ ਹੀ ਗੱਲਬਾਤ ਕਰਾਂਗੇ ਅਜੇ ਜੀ ਦੇ ਨਾਲ। ਅਜੇ ਜੀ, ਅਸੀਂ ਇਸ ਤੋਂ ਪਹਿਲਾਂ ਕਿ ਹੋਰ ਕੁਐਸਚਨ ਪੁੱਛੀਏ, ਪਹਿਲਾਂ ਮੈਨੂੰ ਇਹ ਦੱਸੋ ਕਿ ਇਸ ਜਿਹੜੀ ਕਰੰਟ ਸਿਚੁਏਸ਼ਨ ਆ ਪੀਆਰ ਲੈਣੀ ਕਿੰਨੀ ਕੁ ਔਖੀ ਹੈ ਤੇ ਕਿੰਨੀ ਕੁ ਸੌਖੀ ਆ? ਇਸ ਕਰੰਟ ਸਿਚੁਏਸ਼ਨ ਦੇ ਵਿੱਚ ਗੱਲ ਕਰ ਲਓ ਜਾਂ ਪਹਿਲਾਂ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਜੀ, ਜੇ ਤੁਸੀਂ ਸਹੀ ਕੰਮ ਕਰੋਗੇ, ਰੂਲ ਫੋਲੋ ਕਰੋਗੇ ਜੀ ਤਾਂ ਪੀਆਰ ਲੈਣੀ ਸੌਖੀ ਹੈ ਜੀ। ਬਟ ਜੇ ਤੁਸੀਂ ਭੇਡ ਚਾਲ ਦਾ ਪਾਰਟ ਬਣੋਗੇ, ਇਹੀ ਕਰੋਗੇ ਵੀ ਜਿਵੇਂ ਮੇਰੇ ਦੋਸਤ ਨੇ ਕੀਤਾ ਤਾਂ ਮੈਂ ਵੀ ਉਵੇਂ ਕਰਕੇ ਹੋ ਜਾਊਗਾ, ਫਿਰ ਪੀਆਰ ਔਖੀ ਰਹਿਣੀ ਹੈ ਜੀ। ਕਿਉਂਕਿ ਕਈ ਵਾਰ ਹੁੰਦਾ ਹੈ ਨਾ ਕਿ ਇੱਕ ਦੋਸਤ ਕਹਿੰਦਾ ਆ ਕਿ ਮੇਰੇ ਇਦਾਂ ਆ, ਮੈਨੂੰ ਸਾਰੀ ਨੌਲੇਜ ਹੈਗੀ ਆ, ਤੂੰ ਵੀ ਇਦਾਂ ਕਰ। ਇਹ ਵੇਰੀ ਕਰਦਾ ਆ ਪਰਸਨ ਟੂ ਪਰਸਨ ਜੀ। ਤੇ ਪਰ ਐਸ ਜਿੱਦਾਂ ਤੁਸੀਂ ਕਿਹਾ ਆ ਕਿ ਜਿਹੜੀ ਆ ਭੇਡ ਚਾਲ ਦਾ ਹਿੱਸਾ ਨਾ ਬਣੋ ਤੇ ਜਿਹੜੀ ਸਲਾਹ ਪ੍ਰੋਪਰ ਲੈਣੀ ਜਿਹੜੀ ਆ ਕਾਫੀ ਜ਼ਰੂਰੀ ਹੈ। ਤੇ ਆਈ ਥਿੰਕ ਕਿ ਮੈਂ ਵੀ ਐਗਰੀ ਹਾਂ, ਸਲਾਹ ਲੈਣੀ ਮਾਈਗ੍ਰੇਸ਼ਨ ਜਿਹੜਾ ਚੰਗੇ ਮਾਈਗ੍ਰੇਸ਼ਨ ਏਜੰਟ ਦੀ। ਸਾਡੇ ਕੋਲ ਬਾਂਸਲ ਸਾਹਿਬ ਜੀ ਬੈਠੇ ਨੇ, ਮੇਰੇ ਖਿਆਲ ਨਾਲ ਉਹ ਬਹੁਤ ਹੀ ਵਧੀਆ ਜਿਹੜੇ ਆ ਮਾਈਗ੍ਰੇਸ਼ਨ ਏਜੰਟ ਨੇ, ਤੇ ਤੁਹਾਡੀ ਜਿਹੜੀ ਸਲਾਹ ਲੈਣੀ ਉਹਨਾਂ ਦੇ ਨਾਲ ਜ਼ਰੂਰ ਬਣਦੀ ਹੈ। ਜੇ ਕੋਈ ਵੀ ਤੁਹਾਡਾ ਕੰਸਰਨ ਹੈ ਤੁਹਾਡੇ ਵੀਜ਼ਾ ਦੇ ਰਿਲੇਟਡ, ਮੈਂ ਤੁਹਾਨੂੰ ਪਹਿਲਾਂ ਵੀ ਕਹਿੰਨੀ ਆ, ਤਾਂ ਤੁਸੀਂ ਬਾਂਸਲ ਜੀ ਨੂੰ, ਅਜੇ ਜੀ ਨੂੰ ਕੰਟੈਕਟ ਕਰ ਸਕਦੇ ਹੋ 0406609660 ਤੇ ਜੀ ਅਜੇ ਜੀ। ਅਸੀਂ ਇਸ ਤੋਂ ਅੱਗੇ ਚੱਲਦੇ ਹਾਂ ਹੁਣ ਮਾਈਗ੍ਰੇਸ਼ਨ ਜਿਹੜੀਆਂ ਸਕਿੱਲ ਜਿਹੜੇ ਪ੍ਰੋਗਰਾਮਸ ਆ ਉਹਨਾਂ ਦੀ ਐਲੋਕੇਸ਼ਨ ਤੇ ਜੀ। ਬਿਲਕੁਲ ਜੀ। ਦੇਖੋ ਸਵਾਤੀ ਜੀ, ਅੱਜ ਮੈਂ ਲੈ ਕੇ ਆਇਆ ਪਿਛਲੇ 10 ਸਾਲ ਦਾ ਡਾਟਾ ਜੀ। ਇਹਦੇ ਸਟੇਟ ਬਾਏ ਜੀ ਇੰਟੈਂਡਡ ਰੈਜ਼ੀਡੈਂਟ, ਤਾਂ ਬੇਸਿਕਲੀ ਜੇ ਕੋਈ ਬੰਦਾ ਜਿਹੜੀ ਸਟੇਟ ਦੇ ਵਿੱਚ ਰਹਿ ਰਿਹਾ ਜੀ, ਜਾਂ ਜੇ ਉਹਨੇ ਸਟੇਟ ਸਪਾਂਸਰਸ਼ਿਪ ਅਪਲਾਈ ਕੀਤੀ ਤਾਂ ਉਹ ਸਟੇਟ ਨੂੰ ਉਹ ਲਿਖ ਦਿੰਦਾ ਵੀ ਮੈਂ ਇਹ ਸਟੇਟ ਵਿੱਚ ਰਹਿਣਾ ਚਾਹੁੰਦਾ ਜੀ। ਉਹਦੇ ਹਿਸਾਬ ਨਾਲ ਆਪਣੇ ਕੋਲ ਨੰਬਰਸ ਪਏ ਨੇ ਸਵਾਤੀ ਜੀ ਵੀ ਕਿਹੜੀ ਸਟੇਟ ਦੇ ਵਿੱਚ ਕਿੰਨੇ ਕੁ ਬੰਦੇ ਪੱਕੇ ਹੋਏ ਨੇ ਜੀ। ਉਹ ਜ਼ਿਆਦਾ ਉਹ ਸਟੇਟ ਵਿੱਚ ਰਹਿੰਦੇ ਸੀ ਜਾਂ ਉਹ ਸਟੇਟ ਵਿੱਚ ਉਹਨਾਂ ਨੇ ਰਹਿਣਾ ਸੀਗਾ ਜੀ। ਠੀਕ ਹੈ ਜੀ। ਤੇ ਜੇ ਆਪਾਂ ਪਿਛਲੇ 10 ਸਾਲ ਦਾ ਡਾਟਾ ਦੇਖੀਏ ਜੀ, 2010 ਤੋਂ ਲੈ ਕੇ 2019-20 ਤੱਕ ਨਿਊ ਸਾਊਥ ਵੇਲ ਨੰਬਰ 1 ਤੇ ਰਿਹਾ ਜੀ। 2019-20 ਦੇ ਵਿੱਚ ਵੀ ਉਹਨਾਂ ਨੇ 44,182 ਬੰਦੇ ਪੱਕੇ ਹੋਏ ਨੇ ਜੀ ਨਿਊ ਸਾਊਥ ਵੇਲ ਦੇ ਵਿੱਚ। ਇਹ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ, ਦਰਸ਼ਕੋ ਇਹਦੇ ਵਿੱਚ ਕੱਲੇ ਸਟੇਟ ਸਪਾਂਸਰਸ਼ਿਪ ਵਾਲੀ ਨਹੀਂ, ਇਹ ਸਾਰੇ ਵੀਜ਼ੇ ਨੇ ਜਿਹੜੇ ਕਿ ਨਿਊ ਸਾਊਥ ਵੇਲ ਵਿੱਚ ਰਹਿਣ ਵਾਲੇ ਬੰਦਿਆਂ ਦੇ ਪੱਕੇ ਹੋਏ ਨੇ। ਉਸ ਤੋਂ ਬਾਅਦ ਹੀ ਵਿਕਟੋਰੀਆ ਦੇ ਵਿੱਚ ਦੂਜੇ ਨੰਬਰ ਤੇ 34,000, ਤਕਰੀਬਨ 10,000 ਘੱਟ ਜਾਂਦਾ ਮਤਲਬ ਕਿ ਨਿਊ ਸਾਊਥ ਵੇਲ ਨਾਲੋਂ। ਉਸ ਤੋਂ ਬਾਅਦ ਤੀਸਰਾ ਨੰਬਰ ਆ ਕੁਇਨਜ਼ਲੈਂਡ ਵਾਲੀ, ਤਕਰੀਬਨ ਅੱਧੇ ਨੇ ਜੀ 18,743 ਜੀ। ਉਸ ਤੋਂ ਬਾਅਦ ਫਿਰ 10,000 ਘੱਟ ਕੇ ਸਾਊਥ ਆਸਟ੍ਰੇਲੀਆ ਦਾ 11,000 ਜੀ, ਤੇ ਸੇਮ ਹੀ ਵੈਸਟਰਨ ਆਸਟ੍ਰੇਲੀਆ ਦਾ ਵੀ 11,000 ਹੈ ਜੀ। ਤੇ ਉਸ ਤੋਂ ਬਾਅਦ ਆ ਜਾਂਦਾ ਜੀ ਆਪਣਾ ਅੱਧੇ ਰਹਿ ਜਾਂਦੇ ਨੇ। ਉਸ ਤੋਂ ਬਾਅਦ ਤਸਮਾਨੀਆ ਦੇ 6,000 ਜੀ, ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਵੀ 4,000 ਜੀ, ਨਾਰਥਰਨ ਟੈਰੀਟਰੀ ਦੇ 2,000 ਜੀ। ਤਾਂ ਬੇਸਿਕਲੀ ਟ੍ਰੈਂਡ ਹੈ ਜੀ ਦੋਸਤੋ, ਜਿਹੜੇ ਨਿਊ ਸਾਊਥ ਵੇਲ ਦੇ ਵਿਕਟੋਰੀਆ ਦੇ ਵਿੱਚ
ਸਭ ਤੋਂ ਵੱਧ ਬੰਦੇ ਪੱਕੇ ਹੋਏ ਨੇ ਜੀ ਜੀ ਉਸ ਤੋਂ ਬਾਅਦ ਕੁਈਨਜ਼ਲੈਂਡ ਆ ਜਿਹਦੇ ਵਿੱਚ ਇਹਨਾਂ ਨਾਲੋਂ ਬਿਲਕੁਲ ਅੱਧੇ ਬੰਦੇ ਪੱਕੇ ਹੋਏ ਨੇ ਜੀ ਜੀ ਤੇ ਉਸ ਤੋਂ ਬਾਅਦ ਘੱਟ ਹੋਏ ਨੇ ਵੈਸਟਰਨ ਆਸਟ੍ਰੇਲੀਆ ਜੀ ਤੇ ਸਾਊਥ ਆਸਟ੍ਰੇਲੀਆ ਵਿੱਚ ਜੀ। ਤੇ ਉਸ ਤੋਂ ਬਾਅਦ ਆਪਣੇ ਤਸਮਾਨੀਆ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਤੇ ਨਾਰਥਰਨ ਟੈਰੀਟਰੀ ਦੇ ਵਿੱਚ। ਜੀ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਨਿਊ ਸਾਊਥ ਵੇਲ ਤੇ ਵਿਕਟੋਰੀਆ ਦੇ ਵਿੱਚ ਹਜੇ ਵੀ ਚਾਂਸਸ ਹੈਗੇ ਨੇ ਪੀਆਰ ਬਿਲਕੁਲ ਦੇ, ਜੀ। ਫਿਊਚਰ ਵਿੱਚ ਵੀ ਹੋਣਗੇ। ਬਿਲਕੁਲ ਜੀ, ਇਹ ਟ੍ਰੈਂਡ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਸਵਾਤੀ ਪਿਛਲੇ 10 ਸਾਲ ਤੋਂ ਆ ਜੀ। ਜੀ ਪਿਛਲੇ ਸਾਲ ਵੀ ਬਿਲਕੁਲ ਸੇਮ ਟ੍ਰੈਂਡ ਸੀਗਾ। ਪਿਛਲੇ ਜਿਵੇਂ 19-20 ਦੇ ਵਿੱਚ ਇਹਨਾਂ ਨੇ 1,40,000 ਬੰਦੇ ਨੂੰ ਦਿੱਤੀ ਹੈ ਜੀ ਪੀਆਰ। ਜੀ ਉਦੋਂ ਪਿਛਲੇ ਸਾਲ 1,60,000 ਨੂੰ ਦਿੱਤੀ ਸੀ। ਜੀ। ਤਾਂ ਟ੍ਰੈਂਡ ਬਿਲਕੁਲ ਸੇਮ ਨੇ ਜੀ। 55,000 ਜੀ ਨਿਊ ਸਾਊਥ ਵੇਲ, ਵਿਕਟੋਰੀਆ 10,000 ਘੱਟ 42,000, ਜੀ ਅੱਧਾ ਕੁਈਨਜ਼ਲੈਂਡ 20,000, ਉਦੋਂ ਅੱਧਾ ਸਾਊਥ ਆਸਟ੍ਰੇਲੀਆ 10,000 ਤੇ ਫਿਰ ਉਵੇਂ ਆਪਣਾ 3,000। ਤੁਸੀਂ ਸਮਝ ਗਏ ਮੇਰੇ? ਸੇਮ ਜੀ, ਟ੍ਰੈਂਡ ਬਿਲਕੁਲ। ਚੱਲ ਰਿਹਾ ਜੀ। ਜੀ ਨੰਬਰ 1 ਤੇ ਨਿਊ ਸਾਊਥ ਵੇਲ, ਨੰਬਰ 2 ਤੇ ਵਿਕਟੋਰੀਆ, ਜੀ। ਫਿਰ ਕੁਈਨਜ਼ਲੈਂਡ, ਫਿਰ ਸਾਊਥ ਆਸਟ੍ਰੇਲੀਆ। ਜੀ ਤੇ ਇਹ ਚੀਜ਼ ਆਪਾਂ ਹੁਣ ਕਰੰਟਲੀ ਵੀ ਜੇ ਆਪਾਂ ਦਰਸ਼ਕ ਪੁੱਛਣਗੇ ਜੀ ਪਹਿਲਾਂ ਚੱਲੀ ਸੀ ਸ਼ਾਇਦ ਨਾ ਚੱਲੇ, ਜੀ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਦੋਸਤੋ ਕਿ ਜਿਹੜੀਆਂ 2020 ਤੇ 21 ਦੀਆਂ ਇੰਟਰਮ ਐਲੋਕੇਸ਼ਨਾਂ ਸੀਗੀਆਂ ਜੀ, ਜੀ ਠੀਕ ਹੈ ਜੀ, ਉਹਦੇ ਤੇ ਨਿਗਾਹ ਮਾਰਦੇ ਆ। ਭਾਵੇਂ ਇਹ ਚੀਜ਼ ਥੋੜੀ ਜੀ ਪਰ ਇਹ ਫਿਰ ਵੀ ਕਰੰਟ ਆ ਜੀ। ਜੀ ਇਹਦੇ ਵਿੱਚ ਜੇ ਆਪਾਂ ਦੇਖੀਏ ਨਿਊ ਸਾਊਥ ਵੇਲ ਦੇ ਵਿੱਚ ਜੀ ਨੂੰ 550 190 190 ਦੀ ਐਲੋਕੇਸ਼ਨ ਆ ਜੀ ਤੇ 150 491 ਤੇ 489 ਦੀ ਐਲੋਕੇਸ਼ਨਾਂ ਸੀਗੀਆਂ ਜੀ, ਜੀ which is more than most other states। ਦੂਜੇ ਨੰਬਰ ਤੇ ਆਪਣੇ ਕਹ ਲਓ ਵਿਕਟੋਰੀਆ, ਉਹਨਾਂ ਕੋਲ 600 ਤੇ 200 ਸੀਗਾ। ਸੇਮ ਟ੍ਰੈਂਡ ਜਿਹੜਾ ਆ ਸੇਮ ਟ੍ਰੈਂਡ ਆ ਜੀ। ਨਿਊ ਸਾਊਥ ਵੇਲ ਤੇ ਵਿਕਟੋਰੀਆ ਟੌਪ ਦੇ ਵਿੱਚ ਨੇ। ਜੀ। ਥੋੜਾ ਵਿਕਟੋਰੀਆ ਨੂੰ ਇਸ ਵਾਰ ਲੋਕੇਸ਼ਨਾਂ ਵੱਧ ਦਿੱਤੀਆਂ ਨੇ, 600, ਨਿਊ ਸਾਊਥ ਵੇਲ ਨੂੰ 550 ਜੀ ਤੇ 200 ਤੇ 150, ਪਰ ਫਿਰ ਵੀ ਇਹ ਦੋਨੇ ਟੌਪ ਤੇ ਨੇ ਜੀ। ਜੀ। ਇਸ ਤੋਂ ਬਾਅਦ ਨੈਕਸਟ ਵਨ ਆਪਣਾ ਸੀਗਾ ਕੁਈਨਜ਼ਲੈਂਡ। ਜੀ ਕੁਈਨਜ਼ਲੈਂਡ ਦੇ ਵਿੱਚ ਇਹਨਾਂ ਨੇ ਲੋਕੇਸ਼ਨਾਂ ਦਿੱਤੀਆਂ ਨੇ ਜੀ 200, ਜੀ ਜਿਹੜਾ ਕਿ ਤੀਜਾ ਹਿੱਸਾ ਨੇ ਜੀ। ਜੀ ਬਿਲਕੁਲ ਬਹੁਤ ਵਾਰਨਾ- ਘੱਟ ਨੇ ਕੁਈਨਜ਼ਲੈਂਡ ਬਿਲਕੁਲ, ਤੇ। ਰੀਜ਼ਨ ਕੁਈਨਜ਼- ਕੀ ਹੋ ਸਕਦਾ ਹੈ ਕੁਈਨਜ਼ਲੈਂਡ ਤੇ ਇੰਨੀਆਂ ਘੱਟ ਜਿਹੜੀਆਂ? ਕੈਪੈਸਿਟੀ ਦੀ ਐਪੇਟਾਈਟ ਇਹਨਾਂ ਸਟੇਟਾਂ ਦੇ ਵਿੱਚ, ਜੀ ਠੀਕ ਹੈ ਜੀ। ਇਹਨਾਂ ਸਟੇਟਾਂ ਦੇ ਵਿੱਚ ਦੇਖੋ ਐਪਲੀਕੈਂਟ ਵੀ ਘੱਟ ਨੇ ਜੀ ਜੀ। ਤੇ ਇਹਨਾਂ ਸਟੇਟਾਂ ਦੇ ਵਿੱਚ ਉਹਨੇ ਐਪਲੀਕੈਂਟ ਦੀ ਲੋੜ ਵੀ ਨਹੀਂ ਹੈਗੀ ਕਿਉਂਕਿ ਇਹ ਸਰੋਰ ਗਰੋਥ ਤੇ ਨੇ। ਜੀ। ਮੈਲਬਨ ਤੇ ਸਿਡਨੀ ਵਰਲਡ ਕਲਾਸ ਸਿਟੀਜ਼ ਨੇ ਜੀ। ਜੀ ਆਪਣੇ ਦਰਸ਼ਕਾਂ ਨੂੰ ਬਹੁਤ, ਸਾਡੇ ਸਰੋਤਿਆਂ ਨੂੰ ਬਹੁਤਿਆਂ ਨੂੰ ਭੁਲੇਖਾ ਹੋਣਾ ਕਿ ਪਤਾ ਨਹੀਂ ਮੈਲਬਨ ਤੇ ਸਿਡਨੀ ਵਿੱਚ ਪੀਆਰ ਨਹੀਂ ਮਿਲਦੀ। ਜੀ ਤਾਂ ਆਪਾਂ ਇਹ ਪ੍ਰੋਗਰਾਮ ਕਰਨ ਦਾ ਮਤਲਬ ਹੀ ਇਹ ਹੈ ਵੀ ਦੋਸਤੋ ਵੀ ਹਰ ਇੱਕ ਸਟੇਟ ਦੇ ਵਿੱਚ ਪੀਆਰ ਮਿਲਦੀ ਆ, ਹਰ ਇੱਕ ਮੋਸਟਲੀ ਆਕੂਪੇਸ਼ਨਾਂ ਦੇ ਵਿੱਚ ਪੀਆਰ ਮਿਲਦੀ ਆ। ਜੀ। 6 ਬੈਂਡ ਨਾਲ ਵੀ ਮਿਲਦੀ ਆ, 8 ਬੈਂਡ ਨਾਲ ਵੀ ਮਿਲਦੀ ਆ। ਜੀ ਆਪਣੀ ਰਿਐਲਿਟੀ ਸਮਝੋ, ਜੀ ਬਿਲਕੁਲ ਠੀਕ ਹੈ ਜੀ। ਜੀ। ਵੀ ਜੇ ਤੁਸੀਂ ਕੁੱਕੋ ਦੇ 6 ਬੈਂਡ ਨੇ ਤਾਂ ਤੁਸੀਂ ਉਹਦੇ ਹਿਸਾਬ ਨਾਲ ਐਕਟ ਕਰੋ। ਜੀ ਐਵੇਂ ਨਾ ਐਕਟ ਕਰੋ ਵੀ ਤੁਸੀਂ ਇੱਕ ਆਈਟੀ ਵਾਲਾ ਜਿਹੜਾ 8 ਬੈਂਡ ਵਾਲੇ ਉਹਦੇ ਨਾਲ ਆਪਣੇ ਨੂੰ ਕੰਪੇਅਰ ਨਾ ਕਰੋ। ਜੀ ਉਹਨੂੰ ਵੀ ਪੀਆਰ ਮਿਲਣੀ ਆ, ਉਹਦਾ ਆਪਣੇ ਤਰੀਕੇ ਨੇ, ਤੁਹਾਡੀ ਪੀਆਰ ਮਿਲਣੀ ਆ ਤੁਹਾਡੇ ਆਪਣੇ ਤਰੀਕੇ ਨੇ। ਜੀ ਤੇ ਆਪਾਂ ਸੇਮ ਕੰਟੀਨਿਊ ਤੋਂ ਬਾਅਦ ਏਸੀਟੀ ਨੂੰ ਇਹਨਾਂ ਨੇ ਥੋੜੀਆਂ ਵਧਾ ਦਿੱਤੀਆਂ ਨੇ ਜੀ। ਜੀ 250 ਨੇ ਜੀ 190 ਦੀਆਂ ਤੇ 491 ਦੀਆਂ 45 ਸੀਟਾਂ ਨੇ। ਜੀ ਤੁਸੀਂ ਦੇਖੋ ਸੇਮ ਟ੍ਰੈਂਡ ਆ ਜੀ। ਜੀ ਸਾਊਥ ਆਸਟ੍ਰੇਲੀਆ ਦੇ 300, ਤਸਮਾਨੀਆ ਦੇ 250 ਤੇ ਆਪਣਾ ਏਸੀਟੀ ਦੀਆਂ ਵੀ 250। ਜੀ ਇਸ ਤੋਂ ਬਾਅਦ ਸਭ ਤੋਂ ਘੱਟ ਨੇ ਨਾਰਥਰਨ ਟੈਰੀਟਰੀ ਕੋਲੇ ਜੀ ਸਿਰਫ 80 ਸੀਟਾਂ। ਬਹੁਤ ਹੀ ਘੱਟ ਸੀਟਾਂ। ਬਿਲਕੁਲ ਜੀ। ਤਾਂ ਇਹਦੇ ਵਿੱਚ ਇੱਕ ਚੀਜ਼ ਹੋਰ ਮੈਂ ਦੱਸਣੀ ਚਾਹੂੰਗਾ ਸਵਾਤੀ ਜੀ, ਜਿਹੜੀਆਂ ਸਟੇਟਾਂ ਨੇ ਹੁਣ ਜਿਵੇਂ ਐਲੋਕੇਸ਼ਨਾਂ ਨੇ ਜੀ, ਜੀ ਤਾਂ ਬਹੁਤੀਆਂ ਸਟੇਟਾਂ ਨੇ ਆਪਣੇ ਲੋਕਲ ਗ੍ਰੈਜੂਏਟਸ ਨੂੰ ਵੀ ਦੇਣੀਆਂ ਨੇ ਜੀ, ਜੀ ਜਿਨ੍ਹਾਂ ਨੂੰ ਇਹ ਪ੍ਰੈਫਰ ਕਰਦੇ ਨੇ, ਜਿਹੜੇ ਉੱਥੇ ਸਟੂਡੈਂਟ ਵੀਜ਼ੇ ਤੇ ਆਏ ਸੀ, ਉਹਨਾਂ ਨੇ ਉਸ ਜੇ ਸਾਊਥ ਆਸਟ੍ਰੇਲੀਆ ਚਾਹੇ ਕੁਈਨਜ਼ਲੈਂਡ ਆ, ਜਿਹੜੇ ਨੇ ਉੱਥੇ ਪੜ੍ਹਾਈ ਕੀਤੀ ਹੈ। ਜੀ ਤਾਂ ਜੇ ਤੁਸੀਂ ਉਰੇ ਵਿਕਟੋਰੀਆ ਜਾਂ ਨਿਊ ਸਾਊਥ ਵੇਲ ਪੜ੍ਹ ਕੇ ਜੀ। ਸਾਰਾ ਕੁਝ ਛੱਡ ਕੇ ਐਡਲੇਡ ਜਾ ਰਹੇ ਹੋ ਜੀ। ਤਾਂ ਤੁਹਾਡਾ ਚਾਂਸ ਬਹੁਤ ਘਟ ਜਾਂਦਾ ਜੀ ਕਿਉਂਕਿ ਯੂ ਆਰ ਕੰਪੀਟਿੰਗ ਵਿਦ ਅ ਬਿਗਰ ਪੂਲ। ਜੀ ਥੋੜੀ ਮੇਜਰ ਸਟਰੈਂਥ ਜਿਹੜੀ ਤੁਹਾਡੀ ਲੋਕਲ ਸਟੱਡੀ ਸੀ ਤੁਸੀਂ ਉਹ ਛੱਡ ਦਿੱਤੀ ਹੈ ਜੀ। ਜੀ ਇੱਕ ਲਾਸਟ ਮੈਂ ਸਟੈਟ ਹੋਰ ਦੱਸਣਾ ਚਾਹੂੰਗਾ ਸਵਾਤੀ ਜੀ, ਜੀ ਵੀ ਆਪਾਂ ਇਦੋਂ ਹੋਰ ਡਿਟੇਲ ਜਾਈਏ ਜੀ ਕਿ ਲਾਸਟ ਈਅਰ 190 ਜਿਹੜੇ 190 ਨੇ ਕਿਹੜੀ ਸਟੇਟ ਨੇ ਕਿੰਨੇ ਗ੍ਰਾਂਟ ਕੀਤੇ ਨੇ। ਜੀ ਤਾਂ ਸਵਾਤੀ ਜੀ ਮੇਰੇ ਹਿਸਾਬ ਨਾਲ ਜੇ ਤੁਸੀਂ ਦੇਖੋਗੇ ਆਈ ਥਿੰਕ ਸਟੈਟਸ ਤੋਂ ਪਤਾ ਲੱਗ ਗਈ ਉਹਨੇ ਸਭ ਤੋਂ ਵੱਧ ਜਿਹੜਾ ਦਿੱਤਾ ਵਿਕਟੋਰੀਆ ਤੇ ਨਿਊ ਸਾਊਥ ਵੇਲ। ਜੀ ਨਿਊ ਸਾਊਥ ਵੇਲ ਤੇ 6316 ਜੀ ਤੇ ਵਿਕਟੋਰੀਆ ਦਿੱਤੇ ਨੇ 4870। ਵਾਓ ਠੀਕ ਹੈ ਜੀ। ਤਾਂ ਉਦੋਂ ਬਾਅਦ ਆਪਣਾ ਤੀਜੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਜੀ ਆਪਣੇ ਕੋਲ ਹੈਗਾ ਕੈਨਬਰਾ। ਜੀ ਕੈਨਬਰਾ ਕੋਲ ਵੀ 2577 ਸੀਗੇ ਜੀ। ਜੀ ਕੁਈਨਜ਼ਲੈਂਡ ਕੋਲ 2210, ਸਾਊਥ ਆਸਟ੍ਰੇਲੀਆ ਕੋਲ 2429। ਜੀ ਤਾਂ ਇਹ ਤਿੰਨੇ ਸਟੇਟਾਂ ਤਕਰੀਬਨ ਇਹਨਾਂ ਤੋਂ ਅੱਧੇ ਲੈਵਲ ਤੇ ਨੇ ਜੀ, ਵਿਕਟੋਰੀਆ ਤੇ ਨਿਊ ਸਾਊਥ ਵੇਲ ਨਾਲੋਂ। ਜੀ ਠੀਕ ਹੈ ਜੀ। ਉਦੋਂ ਅਗਲੀ ਕੈਟਾਗਰੀ ਹੈ ਤਸਮਾਨੀਆ ਕੋਲ ਸੀਗੀਆਂ ਜੀ ਉਦੋਂ ਅੱਧੀਆਂ 1681 ਤੇ ਵੈਸਟਰਨ ਆਸਟ੍ਰੇਲੀਆ ਤੇ ਨਾਰਥਰਨ ਟੈਰੀਟਰੀ ਕੋਲੇ 774 ਤੇ 638। ਜੀ ਤਾਂ ਬੇਸਿਕਲੀ ਪਹਿਲੀ ਕੈਟਾਗਰੀ ਨਿਊ ਸਾਊਥ ਵੇਲ ਤੇ ਵਿਕਟੋਰੀਆ ਜੀ ਤੇ ਉਦੋਂ ਬਾਅਦ ਦੂਸਰੀ ਕੈਟਾਗਰੀ ਦੇ ਵਿੱਚ ਆਪਣਾ ਆਇਆ ਕੁਈਨਜ਼ਲੈਂਡ, ਜੀ ਕੈਨਬਰਾ ਜੀ ਤੇ ਸਾਊਥ ਆਸਟ੍ਰੇਲੀਆ। ਜੀ ਤੀਜੀ ਕੈਟਾਗਰੀ ਦੇ ਵਿੱਚ ਆ ਜਾਂਦਾ ਜੀ ਆਪਣਾ ਨਾਰਥਰਨ ਟੈਰੀਟਰੀ, ਵੈਸਟਰਨ ਆਸਟ੍ਰੇਲੀਆ। ਜੀ ਤਾਂ ਦੋਸਤੋ ਇਹ ਸਟੈਟ ਦੱਸਣ ਦਾ ਮਤਲਬ ਇਹ ਹੈ
ਕਿ ਆਪਣੀ ਸਟੇਟ ਵਾਈਜ਼ਲੀ ਚੂਜ਼ ਕਰੋ, ਭੇਡ ਚਾਲ ਦਾ ਹਿੱਸਾ ਨਾ ਬਣੋ। ਜੀ ਤੁਸੀਂ ਨਿਊ ਸਾਊਥ ਵੇਲ ਵਿਕਟੋਰੀਆ ਛੱਡ ਕੇ ਜਾ ਰਹੇ ਹੋ, ਕੀ ਪਤਾ ਲੱਗਦਾ ਤੁਹਾਡੇ ਜਿਹੜੇ ਦੋਸਤ ਉਰੇ ਰਹਿ ਗਏ ਉਹ ਤੁਹਾਡੇ ਤੋਂ ਪਹਿਲਾਂ ਪੱਕੇ ਹੋ ਜਾਣ। ਜੀ ਮੇਰਾ ਵੀ ਇੱਕ ਇਦਾਂ ਦਾ ਹੀ ਰਲਦਾ ਮਿਲਦਾ ਸਵਾਲ ਆ ਮੇਰੇ ਮਨ ਵਿੱਚ ਜਦੋਂ ਤੁਸੀਂ ਇਹ ਸਾਰਾ ਕੁਝ ਐਕਸਪਲੇਨ ਕਰ ਰਹੇ ਸੀ। ਤੇ ਇੱਕ ਚੀਜ਼ ਤੁਸੀਂ ਜਿਹਦੇ ਦੱਸੀ ਆ ਕਿ ਨਿਊ ਸਾਊਥ ਵੇਲ ਤੇ ਜਿਹੜੀ ਵਿਕਟੋਰੀਆ ਆ ਉਹਨਾਂ ਨੂੰ ਇੰਨੀਆਂ ਸੀਟ ਜਿਹੜੀਆਂ ਐਲੋਕੇਸ਼ਨਸ ਹੋਈਆਂ ਨੇ, ਬਿਲਕੁਲ। ਤੇ ਦੂਜਾ ਤੁਸੀਂ ਕਿਹਾ ਆ ਕਿ ਦੋਸਤ ਦੇ ਮਗਰ ਲੱਗ ਕੇ ਜਿਹੜਾ ਆ ਭੇਡ ਚਾਲ ਦਾ ਹਿੱਸਾ ਨਾ ਬਣੋ। ਹੁਣ ਇਹ ਚੀਜ਼ਾਂ ਨੂੰ ਮੈਂ ਕਨਫਰਮ ਇਦਾਂ ਕਰਨਾ ਚਾਹੁੰਦੀ ਆ ਕਿ ਕਿਵੇਂ ਜਿਹੜੇ ਲੋਕ ਰਹਿ ਰਹੇ ਨੇ, ਜਿਵੇਂ ਕਿ ਸੀਟਾਂ ਨਿਊ ਸਾਊਥ ਵੇਲ ਤੇ ਵਿਕਟੋਰੀਆ ਵਿੱਚ ਜ਼ਿਆਦਾ ਆ, ਤੇ ਜਿਹੜੇ ਲੋਕ ਪਿੱਛੇ ਕੈਨਬਰਾ ਆ ਨਾਰਥਰਨ ਟੈਰੀਟਰੀ ਵਿੱਚ ਰਹਿ ਰਹੇ ਆ, ਤੇ ਜਿਨ੍ਹਾਂ ਨੂੰ ਸੀਟਾਂ ਵੀ ਘੱਟ ਐਲੋਕੇਟ ਹੋਈਆਂ ਉਹਨਾਂ ਨੂੰ ਨਿਊ ਸਾਊਥ ਵੇਲ ਜਾਂ ਵਿਕਟੋਰੀਆ ਦੇ ਵਿੱਚ ਮੂਵ ਹੋ ਜਾਣਾ ਚਾਹੀਦਾ ਪੀਆਰ ਵਾਸਤੇ। ਬਿਲਕੁਲ ਨਹੀਂ ਜੀ, ਠੀਕ ਹੈ, ਬਹੁਤ ਵਧੀਆ ਕੁਐਸਚਨ ਪੁੱਛਿਆ ਜੀ ਤੁਸੀਂ ਜੀ, ਇੱਕਦਮ ਮੇਰੇ ਦਿਮਾਗ ਤੇ ਆ ਕਿ ਬਹੁਤ ਵਧੀਆ ਕੁਐਸਚਨ ਆ ਜੀ। ਕਿਉਂਕਿ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਜੀ, ਜਿਹੜੀਆਂ ਘੱਟ ਸਟੇਟ, ਜਿਹੜੀਆਂ ਛੋਟ ਸਟੇਟਾਂ ਕੋਲ ਸੀਟਾਂ ਘੱਟ ਨੇ ਜੀ, ਠੀਕ ਹੈ ਜੀ, ਉਹਦੇ ਵਿੱਚ ਜੇ ਤੁਸੀਂ ਟ੍ਰੈਂਡ ਦੇਖੋਗੇ, ਜਿਵੇਂ ਆਪਾਂ ਗੱਲ ਇੱਕ ਐਗਜ਼ਾਮਪਲ ਇਹ ਸਾਊਥ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ ਜਿਹੜੇ ਆਪਣੇ ਲੋਕਲ ਗ੍ਰੈਜੂਏਟ ਨੂੰ ਪ੍ਰੈਫਰੈਂਸ ਦਿੰਦਾ, ਉਹਨਾਂ ਨੂੰ ਡਿਫਰੈਂਟ ਤਰ੍ਹਾਂ ਦੇ ਕੰਸੈਸ਼ਨ ਦਿੰਦਾ। ਜਿਵੇਂ ਕਿ ਜੇ ਤੁਸੀਂ ਜੀ ਆਪਣਾ ਵੱਧ ਪੁਆਇੰਟ ਹਾਇਰ ਪੁਆਇੰਟ ਨੇ ਤਾਂ ਤੁਹਾਡੇ ਲਈ ਮੋਸਟਲੀ ਰਿਕੁਆਇਰਮੈਂਟਾਂ ਖਤਮ ਨੇ, ਤੁਸੀਂ ਹਾਈ ਪਰਫਾਰਮਿੰਗ ਗ੍ਰੈਜੂਏਟ ਹੋ, ਸਿੱਧੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ, ਤੁਹਾਨੂੰ ਵਰਕ ਐਕਸਪੀਰੀਅੰਸ ਦੀ ਲੋੜ ਨਹੀਂ ਪੈਂਦੀ ਜੀ। ਜੀ ਕੁਝ ਕੁ ਜਿਹੜੀਆਂ 190 ਮੋਸਟਲੀ ਸਟੇਟਾਂ ਦੇ ਵਿੱਚ ਸਿਰਫ ਲੋਕਲ ਗ੍ਰੈਜੂਏਟ ਨੂੰ ਹੀ ਮਿਲਦਾ ਜੀ। ਤਾਂ ਜੇ ਤੁਸੀਂ ਸਾਊਥ ਆਸਟ੍ਰੇਲੀਆ ਵਿੱਚ ਪੜ੍ਹਾਈ ਕੀਤੀ ਹੈ ਤੇ ਛੱਡ ਕੇ ਵਿਕਟੋਰੀਆ ਵਿੱਚ ਆ ਰਹੇ ਹੋ, ਮੋਸਟਲੀ ਤੁਹਾਨੂੰ 491 ਲਈ ਕੰਸੀਡਰ ਕੀਤਾ ਜਾਊਗਾ ਜੀ। ਤੇ ਕਿਉਂ ਨਾ ਥੋੜੇ ਜਿਹੇ ਕਮੈਂਟਸ ਜਿਹੜੇ ਆਡੀਅנס ਵੱਲੋਂ ਲੈ ਲਿੱਤੇ ਜਾਂਦੇ, ਤੁਹਾਨੂੰ ਵੀ ਥੋੜੀ ਜੀ ਬ੍ਰੇਕ ਮਿਲ ਜੇਗੀ। ਤੇ ਜਿਹੜੇ ਕਮੈਂਟ ਅਸੀਂ ਖੁਰਮ ਅਬਾਸ ਜੀ ਨੇ ਸਾਨੂੰ ਪਹਿਲਾਂ ਵੀ ਪੁੱਛਿਆ ਸੀ ਤੇ ਹੁਣ ਵੀ ਪੁੱਛ ਰਹੇ ਨੇ, ਉਹ ਕਹਿ ਰਹੇ ਨੇ ਕਿ ट्रैवलिंग ਜਿਹੜੀ एग्जामिशन ਆ मिलने के बाद कितनी देर बाद एक्सपायर हो जाएगी पार्क टू ऑस्ट्रेलिया 489 वीजा। देखो इस तरह की ਉਹਦੇ ਕੋਈ ਐਕਸਪਾਇਰੀ ਡੇਟ ਨਹੀਂ ਲਿਖੀ ਹੁੰਦੀ ਖੁਰਮ ਜੀ, ਪਰ ਤਕਰੀਬਨ ਅਸੀਂ ਇਹੀ ਐਡਵਾਈਸ ਕਰਦੇ ਹਾਂ ਵੀ ਆਪਣਾ 3 ਮਹੀਨੇ ਵਿੱਚ ਵੀ ਟਰੈਵਲ ਕਰ ਲਓ। ਤੇ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਜੇ 3 ਮਹੀਨੇ ਤੋਂ ਬਾਅਦ ਟਰੈਵਲ ਕਰਨਾ ਤਾਂ ਬੈਟਰ ਹੈ ਵੀ ਉਹ ਟੀਮ ਨੂੰ ਈਮੇਲ ਕਰਕੇ ਕਨਫਰਮ ਕਰ ਲਓ, ਕਿਉਂਕਿ 에ਅਰਲਾਈਨ ਵਾਲੇ ਪ੍ਰੋਬਲਮ ਕ੍ਰੀਏਟ ਕਰ ਸਕਦੇ। ਆਸਟ੍ਰੇਲੀਆ ਵਾਲੇ ਸ਼ਾਇਦ ਨਾ ਰੋਕਣ, ਪਰ ਜੇ ਤੁਹਾਨੂੰ ਉੱਥੋਂ ਪਾਕਿਸਤਾਨ ਤੋਂ ਹੀ ਨਾ ਚੜਨ ਦਿੱਤਾ, ਇਟ ਕੁਡ ਬੀ ਅ ਪ੍ਰੋਬਲਮ ਫॉर ਯੂ। ਤੇ ਇਸ ਤੋਂ ਬਾਅਦ ਸਾਨੂੰ ਮਾਨ ਐਂਜਲ ਜੀ ਕਹਿ ਰਹੇ ਨੇ, ਹਾਈ ਹੋਪ ਯੂ ਆਰ ਡੂਇੰਗ ਵੈਲ। ਥੈਂਕ ਯੂ ਜੀ, ਅਸੀਂ ਬਿਲਕੁਲ ਸਹੀ ਹਾਂ ਤੇ ਮੈਂ ਉਮੀਦ ਕਰਦੀ ਹਾਂ ਮਾਨ ਐਂਜਲ ਦੀ ਤੁਸੀਂ ਵੀ ਠੀਕ ਹੋਵੋਗੇ। ਆਈ ਹੈਵ ਕੋਟ ਪੇਸਟਰੀ ਕੁਕ ਸਕਿੱਲ ਅਸੈਸਮੈਂਟ ਫॉर 491 ਵੀਜ਼ਾ ਪਰਪਸ। what do you think about finding job in ahead regional areas or job in main regional cities like Geelong should be fine? ਮਾਨ ਐਂਜਲ ਜੀ ਦੇਖੋ, ਰੀਜਨਲ ਏਰੀਆ ਮਤਲਬ ਰੀਜਨਲ ਏਰੀਆ, ਜਿਹੜੇ ਮੇਨ ਰੀਜਨਲ ਸਿਟੀਆਂ ਸੈਂਟਰ ਨੇ ਜਾਂ ਮੇਨ ਡੀਪ ਰੀਜਨਲ ਏਰੀਆਜ਼ ਨੇ ਜੀ, ਹਜੇ ਤੱਕ 491 ਲਈ ਉਹਨਾਂ ਦੀ ਕੋਈ ਚੇਂਜ ਨਹੀਂ ਹੈਗੀ। ਉਹ ਰੀਜਨਲ ਏਰੀਆ ਮਤਲਬ ਰੀਜਨਲ ਏਰੀਆ ਹੀ ਰਹਿਣਾ। ਤਾਂ ਤੁਹਾਨੂੰ ਜੇ ਜਿਲੋਂਗ ਦੇ ਵਿੱਚ ਜੌਬ ਮਿਲਦੀ ਹੈ ਬਹੁਤ ਵਧੀਆ, ਜੇ ਨਹੀਂ ਤਾਂ ਡੀਪ ਏਰੀਆ ਵਿੱਚ ਮਿਲ ਹੀ ਜਾਣੀ ਹੈ ਜੀ। ਥੈਂਕ ਯੂ ਜੀ। ਤੇ ਤਾਨੀਆ ਠਾਕੁਰ ਜੀ ਸਾਨੂੰ ਕਹਿ ਰਹੇ ਨੇ, ਗੁੱਡ ਜੌਬ ਮੈਮ। ਥੈਂਕ ਯੂ ਤਾਨੀਆ ਜੀ। ਤੇ ਇਸ ਦੇ ਨਾਲ ਹੀ ਅਸੀਂ ਜੇ ਦੁਬਾਰਾ ਤੋਂ ਮੁੜ ਵਾਪਸ ਆਉਂਦੇ ਆ ਰਿਕੁਆਇਰਮੈਂਟਸ ਤੇ ਜਿਹੜੀਆਂ ਵੱਖਰੀਆਂ ਵੱਖਰੀਆਂ ਸਟੇਟਸ ਦੀਆਂ। ਬਿਲਕੁਲ ਜੀ। ਜਿਹੜੇ ਹੁਣ ਤੱਕ ਜੀ ਹੋਰ ਦੱਸਣੀ ਚਾਹਨਾ ਜੀ, ਜਿਹੜੇ ਆਪਣਾ 31 ਅਕਤੂਬਰ 2020 ਤੱਕ ਜੀ ਇਹਨਾਂ ਨੇ 1134 ਬੰਦਿਆਂ ਨੂੰ 491 ਗ੍ਰਾਂਟ ਕੀਤਾ ਜੀ। ਜੀ ਉਹਦੇ ਵਿੱਚ 414 ਰਜਿਸਟਰਡ ਨਰਸ ਸੀਗੀਆਂ ਜੀ, ਜੀ ਆਪਣੇ 141 ਸਿਵਲ ਇੰਜੀਨੀਅਰ, 98 ਇਲੈਕਟ੍ਰੀਕਲ ਇੰਜੀਨੀਅਰ, ਜੀ 241 ਮੈਡੀਕਲ ਲੈਬੋਰੇਟਰੀ ਸਾਇੰਟਿਸਟ ਤੇ 92 ਮੈਡੀਕਲ ਪ੍ਰੈਕਟੀਸ਼ਨਰ। ਜੀ ਮੀਨਸ ਕਿ ਹੈਲਥ ਜਿਹੜੇ ਪ੍ਰੋਫੈਸ਼ਨਲਸ ਆ ਉਹਨਾਂ ਵਾਸਤੇ ਹੈਲਥ ਪ੍ਰੋਫੈਸ਼ਨਲਸ, ਇੰਜੀਨੀਅਰਸ ਤੇ ਮੈਡੀਕਲ ਲੈਬੋਰੇਟਰੀ ਸਾਇੰਟਿਸਟ ਨੂੰ ਇਹਨਾਂ ਨੇ ਦਿੱਤਾ ਜੀ ਜ਼ਿਆਦਾ ਸੀਟਸ ਪ੍ਰੋਵਾਈਡ ਕੀਤੀਆਂ। ਬਿਲਕੁਲ ਜੀ, ਬਿਲਕੁਲ ਜੀ। ਓਕੇ ਜੀ, ਵਧੀਆ ਗੱਲ ਆ। ਤਦੋਂ ਹੀ ਸੋਸ਼ਲ ਵਰਕ ਵੀ ਇਹਦਾ ਸੋਸ਼ਲ ਵਰਕਰ ਇਹਦਾ ਹਿੱਸਾ ਬਣਦੇ ਆ, ਹਨਾ? ਬਿਲਕੁਲ ਜੀ। ਹੁਣ ਦੋਸਤਾਂ ਨੂੰ ਪਤਾ ਹੀ ਹੋਣਾ ਆਪਣੇ ਨੂੰ ਕਿ ਸੋਸ਼ਲ ਵਰਕਰ ਵੀ ਆਪਣਾ ਜਿਹੜਾ ਹੈਗਾ PMSOL ਲਿਸਟ ਦੇ ਵਿੱਚ ਆ ਗਿਆ ਜੀ। ਉਹ ਪ੍ਰਾਇੋਰਟੀ ਮਾਈਗ੍ਰੇਸ਼ਨ ਸਕਿੱਲ ਓਕੂਪੇਸ਼ਨ ਲਿਸਟ ਦਾ ਹਿੱਸਾ ਬਣ ਗਿਆ ਜੀ। ਤਾਂ ਇਹਦਾ ਮਤਲਬ ਇਹ ਹੈ ਵੀ ਉਹਦੇ ਵੀ ਸਟੇਟ ਦੇ ਕੰਨਿਓ ਵੀ ਫਾਇਦਾ ਹੋਊਗਾ ਤੇ ਘੱਟ ਪੁਆਇੰਟ ਦੇ ਉੱਤੇ ਉਹਦਾ ਵੀ ਇਨਵੀਟੇਸ਼ਨ ਆ ਸਕਦਾ ਜੀ। ਬਿਲਕੁਲ ਜੀ। ਤੇ ਇਸ ਦੇ ਨਾਲ ਹੀ ਜੇ ਕੋਈ ਹੋਰ ਸਟੇਟ ਦੀ ਰਿਕੁਆਇਰਮੈਂਟ ਤੇ ਅਪਡੇਟ ਜੇ ਤੁਸੀਂ ਦੇਣਾ ਚਾਹੁੰਦੇ ਹੋ? ਮਤਲਬ ਕਿ ਹਰ ਇੱਕ ਸਟੇਟ ਦੀ ਆਪਣੀ ਅਪਡੇਟ ਆ ਜੀ। ਹਰੇ ਸਾਨੂੰ ਪਤਾ ਲੱਗਿਆ ਜੀ, ਨਿਊਜ਼ ਆ ਚੁੱਕੀ ਹੈ ਕਿ ਸਟੇਟ ਨੂੰ ਜਿਹੜੇ ਨੰਬਰ ਨੇ ਐਲੋਕੇਟ ਹੋ ਚੁੱਕੇ ਨੇ ਤੇ ਜਲਦ ਹੀ ਹੋਪਫੁਲੀ ਉਮੀਦ ਕਰਦੇ ਹਾਂ ਵੀ ਇਸੇ ਸਾਲ, ਨਹੀਂ ਤਾਂ ਅਰਲੀ ਨੈਕਸਟ ਈਅਰ ਆਪਣੇ ਸਟੇਟਸ ਸਾਰੀਆਂ 1 ਬਾਏ 1 ਓਪਨ ਹੋਣੀਆਂ ਸ਼ੁਰੂ ਹੋ ਜਾਣਗੀਆਂ। ਤਾਂ ਤੁਸੀਂ ਤਿਆਰੀ ਰੱਖੋ, ਆਪਣੀ ਫੀਲਡ ਦੇ ਵਿੱਚ ਜੌਬ ਕਰਦੇ ਰਹੋ। ਖਾਸ ਕਰਕੇ ਜੇ ਰੀਜਨਲ ਏਰੀਆ ਵਿੱਚ ਮਿਲਦੀ ਹੈ ਤਾਂ ਰੀਜਨਲ ਏਰੀਆ ਦੇ ਵਿੱਚ ਜ਼ਰੂਰ ਸ਼ੁਰੂ ਕਰੋ, ਕਿਉਂਕਿ ਇਹਦੇ ਨਾਲ ਤੁਸੀਂ 491 ਤੇ 190 ਦੋਨੇ ਹੀ ਕਵਰ ਕਰ ਸਕਦੇ ਹੋ। ਜੇ ਇਕੱਲੇ ਆਪਾਂ ਸਿਟੀ ਵਿੱਚ ਰਹਿੰਦੇ ਤਾਂ ਕਿਤੇ ਨਾ ਕਿਤੇ ਆਪਾਂ 491 ਦਾ ਚਾਂਸ ਮਿਸ ਕਰ ਸਕਦੇ ਹਾਂ ਜੀ। ਤੇ ਅਜੇ ਜੀ ਅਸੀਂ ਗੱਲ ਕੀਤੀ ਸੀ ਜਨਰਲ ਸਕਿੱਲ ਮਾਈਗ੍ਰੇਸ਼ਨ ਜਿਹੜੇ ਆਕੂਪੇਸ਼ਨ ਆ ਉਹਨਾਂ ਦੇ ਕੋਟਾਸ ਦੇ ਬਾਰੇ, ਤੇ ਵਾਟ ਅਬਾਊਟ ਟ੍ਰੇਡ ਆਕੂਪੇਸ਼ਨਸ, ਉਹਨਾਂ ਦੀ ਜਿਹੜੀ ਆ ਕੀ ਹੋਊਗਾ ਉਹਨਾਂ ਦਾ ਫਿਊਚਰ?
ਕਿਉਂਕਿ ਅੱਜ ਕੱਲ ਜਿਹੜਾ ਆ ਜ਼ਿਆਦਾ ਰੁਝਾਨ ਹੈਲਥ ਕੇਅਰ ਜਿਹੜੇ ਪ੍ਰੋਫੈਸ਼ਨਲਸ ਆ ਉਹਨਾਂ ਵਾਲਾ, ਸੋਸ਼ਲ ਵਰਕਰਸ ਨੇ ਉਹਨਾਂ ਵਾਲਾ, ਪਰ ਜਿਹੜੇ ਟ੍ਰੇਡ ਕੋਰਸ ਕਰ ਰਹੇ ਨੇ ਉਹਨਾਂ ਦਾ ਕੀ ਸਕੋਪ ਆ ਫਿਊਚਰ ਦੇ ਵਿੱਚ ਪੀਆਰ ਦੇ ਵਾਸਤੇ? ਟ੍ਰੇਡ ਦੇਖੋ ਜੀ, ਟ੍ਰੇਡ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਬਿਨਾ ਆਸਟ੍ਰੇਲੀਆ ਚੱਲ ਹੀ ਨਹੀਂ ਸਕਦਾ। ਖਾਸ ਕਰਕੇ ਜੇ ਆਪਾਂ ਰੀਜਨਲ ਏਰੀਆ ਦੇ ਵਿੱਚ ਲਾਈ ਜੀ, ਰੀਜਨਲ ਏਰੀਆ ਦੀ ਗਰੋਥ ਦੇ ਵਿੱਚ ਟ੍ਰੇਡੀਜ਼ ਜੀ ਬਹੁਤ ਹੀ ਮਤਲਬ ਕਿ ਕ੍ਰਿਟੀਕਲ ਰੋਲ ਪਲੇ ਕਰਦੇ ਨੇ। ਜਿੰਨਾ ਕਿ ਹਸਪਤਾਲ ਹੀ ਨਰਸ ਜ਼ਰੂਰੀ ਹੈ ਜੀ, ਮੈਨੂੰ ਲੱਗਦਾ ਕਿਸੇ ਵੀ ਰੀਜਨਲ ਕਮਿਊਨਿਟੀ ਲਈ ਟ੍ਰੇਡੀਜ਼ ਜ਼ਰੂਰੀ ਨੇ ਜੀ। ਹੁਣ ਆਪਾਂ ਨੂੰ ਆਸਟ੍ਰੇਲੀਆ ਰਹਿੰਦੇ ਇੰਨਾ ਟਾਈਮ ਹੋ ਗਿਆ, ਤੁਹਾਨੂੰ ਪਤਾ ਹੀ ਹੈ ਜੀ, ਇੱਕ ਨਾਰਮਲ ਟ੍ਰੇਡੀ ਦੇ ਬਿਨਾ ਇੱਕ ਬੰਦੇ ਦੀ ਜ਼ਿੰਦਗੀ ਨਹੀਂ ਚੱਲ ਸਕਦੀ। ਐਗਜ਼ੈਕਟਲੀ। ਤੇ ਦੂਜੀ ਗੱਲ ਕਿ ਟ੍ਰੇਡ ਜਿਹੜੇ ਹੈਗੇ ਨੇ ਜੀ ਥੋੜੇ ਜਿਹੇ ਟਾਇਰਿੰਗ ਹੁੰਦੇ ਨੇ ਹਨਾ। ਟ੍ਰੇਡ ਦੇ ਵਿੱਚ ਕੋਈ ਵੀ ਬੰਦਾ 4-5 ਸਾਲ ਤੋਂ ਬਾਅਦ ਕੰਮ ਨਹੀਂ ਕਰਦਾ। ਖਾਸ ਕਰਕੇ ਕੁੱਕ ਸ਼ੈਫਸ ਆ, ਮੇਰੇ ਦੋਸਤ ਵੀ ਨੇ, ਰਿਸ਼ਤੇਦਾਰ ਵੀ ਨੇ ਜੀ, ਜਿਹੜੇ ਜਿਨ੍ਹਾਂ ਨੇ ਕੀਤਾ 5-7 ਸਾਲ ਕੀਤਾ, ਪੀਆਰ ਵੀ ਲਈ, ਬਟ ਹੁਣ ਉਹ ਬਾਅਦ ਦੇ ਵਿੱਚ ਉਹ ਟ੍ਰੇਡ ਚੇਂਜ ਕਰ ਗਏ ਜੀ। ਤਾਂ ਇਹਦੇ ਕਰਕੇ ਇਹਨਾਂ ਦੀ ਡਿਮਾਂਡ ਹਮੇਸ਼ਾ ਪਹਿਲਾਂ ਵੀ ਰਹੀ ਹੈ ਜੀ ਤੇ ਅੱਗੇ ਵੀ ਰਹੂਗੀ ਦੋਸਤੋ। ਤਾਂ ਜੇ ਤੁਸੀਂ ਕੋਈ ਇਹੋ ਜਿਹਾ ਟ੍ਰੇਡ ਕਰ ਰਹੇ ਹੋ ਜਿਹਦੇ ਵਿੱਚ ਤੁਸੀਂ ਕੰਮ ਵੀ ਲੱਭ ਰੱਖਿਆ ਤੇ ਕੰਮ ਵੀ ਕਰ ਰਹੇ ਹੋ ਤਾਂ ਤੁਸੀਂ ਗਲਤ ਨਹੀਂ ਹੋ ਸਕਦੇ। ਤੁਹਾਨੂੰ ਪੱਕਾ ਪੀਆਰ ਮਿਲੂਗੀ, ਸਿਰਫ ਲੋਕੇਸ਼ਨ ਦੇਖਣ ਦੀ ਲੋੜ ਹੈ ਤੇ ਸਹੀ EMPLOYER ਲੱਭਣ ਦੀ ਲੋੜ ਹੈ ਜੀ। ਤੇ ਇਸੇ ਤਰ੍ਹਾਂ ਹੀ ਜੇ ਗੱਲ ਕਰੀਏ ਆਪਣੀ ਪੀਟੀ ਕੋਰਸ ਦੀ, ਜਨਰਲ ਸਕਿੱਲ ਮਾਈਗ੍ਰੇਸ਼ਨ ਤੇ ਉਹਨਾਂ ਦਾ ਵੀ ਕੋਈ ਇਫੈਕਟ ਪੀਟੀ ਕੋਰਸ ਦਾ ਪਿਆ ਆ ਜਾਂ ਇਨਫੋਰਮੇਸ਼ਨ ਹਜੇ ਵੀ ਜਿਹੜੀ ਆ ਡਿਪਾਰਟਮੈਂਟ ਵੱਲੋਂ ਅਪਡੇਟ ਨਹੀਂ ਹੋਈ? ਦੇਖੋ ਡਿਪਾਰਟਮੈਂਟ ਕੋਲੋਂ ਅਪਡੇਟ ਨਹੀਂ ਹੋਈ ਤੇ ਮੈਨੂੰ ਲੱਗਦਾ ਹਜੇ ਆਉਣ ਵਾਲੇ ਟਾਈਮ ਦੇ ਵਿੱਚ ਨਹੀਂ ਹੋਊਗੀ ਵੀ ਨਹੀਂ, ਕਿਉਂਕਿ ਪੀਟੀ ਨੇ ਵੀ ਆਪਣੇ ਕੋਲੋਂ ਕਲੈਰੀਫਾਈ ਕਰ ਦਿੱਤਾ ਵੀ ਜਿਹੜੀ ਉਹਨਾਂ ਨੇ ਪਹਿਲਾਂ ਇੱਕ ਸ਼ੋਸ਼ਾ ਜਿਹਾ ਛੱਡਿਆ ਸੀ ਉਹ ਆਸਟ੍ਰੇਲੀਆ ਵਿੱਚ ਲਾਗੂ ਨਹੀਂ ਹੋ ਰਿਹਾ। ਤਾਂ ਦੋਸਤੋ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਤੁਹਾਡੇ ਪੁਰਾਣੇ ਪੀਟੀ ਸਕੋਰ ਜਿਹੜਾ 50 ਦੇ ਉੱਤੇ 6 ਬੈਂਡ, 79 ਦੇ 8 ਬੈਂਡ, 65 ਦੇ ਉੱਤੇ 7 ਬੈਂਡ ਉਦਾਂ ਹੀ ਚੱਲਦੇ ਰਹਿਣਗੇ ਜੀ। ਤੇ ਕਮੈਂਟ ਥੋੜੇ ਜਿਹੇ ਹੋਰ ਲੈ ਲੈਂਦੇ ਆ। ਸਵਨੀਤ ਕੌਰ, ਵਨ ਆਫ ਮਾਈ ਵੈਰੀ ਬੈਸਟ ਫਰੈਂਡ, ਉਹਨਾਂ ਨੇ ਮੈਸੇਜ ਭੇਜਿਆ, ਗੁੱਡ ਇਨਫੋਰਮੇਸ਼ਨ ਸਵਾਤੀ ਮੈਮ। ਥੈਂਕ ਯੂ ਸੋ ਮਚ ਸਵਨੀਤ, ਇੰਨਾ ਜ਼ਿਆਦਾ ਜਿਹੜਾ ਆ ਮੈਨੂੰ ਬੂਸਟ ਅਪ ਕਰਨ ਵਾਸਤੇ। ਥੈਂਕ ਯੂ ਵਨਸ ਅਗੇਨ। ਤੇ ਥੈਂਕ ਯੂ ਬਹੁਤ ਬਹੁਤ ਅਜੇ ਜੀ ਤੁਹਾਡਾ। ਜੇ ਤੁਹਾਨੂੰ ਲੱਗਦੀ ਹੈ ਕੋਈ ਇਨਫੋਰਮੇਸ਼ਨ ਇਸ ਤੋਂ ਇਲਾਵਾ ਜਿਹੜੀ ਆਡੀਅנס ਦੇ ਨਾਲ ਸਾਂਝੀ ਕਰਨੀ ਚਾਹੀਦੀ ਹੈ ਕਿਸੇ ਆਕਿਊਪੇਸ਼ਨ ਜਾਂ ਕਿਸੇ ਸਟੱਡੀ ਦੇ ਰਿਲੇਟਡ, ਤਾਂ ਪਲੀਜ਼ ਸਾਡੇ ਆਡੀਅנס ਨਾਲ ਜ਼ਰੂਰ। ਬਸ ਸਵਾਤੀ ਜੀ ਆਪਾਂ ਉਹੀ ਗੱਲ ਮੈਂ ਐਂਡ ਕਰਨਾ ਚਾਹੁੰਦਾ ਜਿਹਦੇ ਆਪਾਂ ਸ਼ੁਰੂ ਕੀਤਾ ਸੀਗਾ। ਦੋਸਤੋ ਜਿਹੜੀ ਸਟੇਟ ਵਿੱਚ ਤੁਸੀਂ ਪੜ੍ਹਾਈ ਕੀਤੀ ਹੈ ਟਰਾਈ ਕਰੋ ਕਿ ਉਸੇ ਸਟੇਟ ਦੇ ਹੀ ਦੇ ਵਿੱਚ ਜਾਂ ਰੀਜਨਲ ਏਰੀਆ ਦੇ ਵਿੱਚ ਆਪਣੀ ਜੌਬ ਪ੍ਰਾਪਤ ਕਰੋ। ਖਾਸ ਕਰਕੇ ਜਿਵੇਂ ਵਿਕਟੋਰੀਆ ਦੇ ਵਿੱਚ ਜੇ ਤੁਸੀਂ ਇੰਜੀਨੀਅਰਿੰਗ ਕੀਤੀ ਆ ਜਾਂ ਨਰਸਿੰਗ ਕੀਤੀ ਆ ਤਾਂ 190 ਦਾ ਸਕੋਪ ਬਹੁਤ ਵਧੀਆ ਜੀ। ਹਜੇ ਭਾਵੇਂ ਆਣੀਆਂ ਨੇ ਬਟ ਫਿਰ ਵੀ ਕਿਤੇ ਨਾ ਕਿਤੇ ਸਕੋਪ ਜ਼ਿਆਦਾ ਹੈ। ਨਿਊ ਸਾਊਥ ਵੇਲ ਦੇ ਵਿੱਚ IT ਵਾਲਿਆਂ ਦਾ ਵੀ ਸਕੋਪ ਹੈਗਾ ਜੀ। ਇਸ ਤਰ੍ਹਾਂ ਕਰਕੇ ਹਰ ਇੱਕ ਸਟੇਟ ਦੇ ਵਿੱਚ ਕੁਝ ਜਿਹੜੀਆਂ ਆਕੂਪੇਸ਼ਨਾਂ ਦਾ ਸਕੋਪ ਜ਼ਿਆਦਾ, ਕੁਝ ਦਾ ਘੱਟ ਹੈ ਜੀ। ਤਾਂ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ, ਸਟੇਟ ਮੂਵ ਕਰਨ ਤੋਂ ਪਹਿਲਾਂ ਕਿਸੇ ਵੀ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਤੋਂ ਸਲਾਹ ਲੈ ਲਓ, ਉਹਦੇ ਪ੍ਰੋਪਰ ਫਾਇਦੇ ਤੇ ਨੁਕਸਾਨ ਦੇਖ ਲਓ। ਇੱਦਾਂ ਹੀ ਆਪਣੇ ਫਰੈਂਡ ਮਗਰ ਲੱਗ ਕੇ, ਆਪਣੇ ਰਿਸ਼ਤੇਦਾਰ ਮਗਰ ਲੱਗ ਕੇ ਸਟੇਟਾਂ ਚੇਂਜ ਨਾ ਕਰਦੇ ਰਹੋ, ਕਿਉਂਕਿ ਇਹਦੇ ਨਾਲ ਤੁਸੀਂ ਆਪਣੀ ਜਿਹੜੀ ਸਟੇਟ 'ਚ ਪੜ੍ਹਾਈ ਕੀਤੀ ਆ ਉਹਦੀ ਐਲੀਜੀਬਿਲਟੀ ਵੀ ਖਰਾਬ ਕਰ ਲੈਂਦੇ ਹੋ ਤੇ ਕਈ ਵਾਰ ਆਪਣੀ ਜਿਹੜੀ ਸਟੇਟ ਵੀ ਜਾਂਦੇ ਆ ਉੱਥੇ ਜਾ ਕੇ ਵੀ ਗੱਲ ਨਹੀਂ ਬਣਦੀ ਜੀ। ਬਿਲਕੁਲ ਜੀ। ਤੇ ਬਹੁਤ ਬਹੁਤ ਧੰਨਵਾਦ ਇੰਨੀ ਇਲੈਬੋਰੇਟ ਜਿਹੜੀ ਇਨਫੋਰਮੇਸ਼ਨ ਆ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨਾਲ ਸਾਂਝੀ ਕਰਨ ਵਾਸਤੇ। ਤੇ ਉਮੀਦ ਕਰਦੀ ਹਾਂ ਕਿ ਜਿਹੜੇ ਦਰਸ਼ਕ ਨੇ ਉਹ ਵੀ, ਉਹਨਾਂ ਨੂੰ ਵੀ ਪਤਾ ਚੱਲ ਗਿਆ ਹੋਏਗਾ ਕਿਹੜੀ ਚੀਜ਼ ਉਹਨਾਂ ਵਾਸਤੇ ਸਹੀ ਹੈ ਤੇ ਕਿਹੜੇ ਜਿਹੜੇ ਸਟੈਪ ਨੇ ਉਹਨਾਂ ਨੂੰ ਪੀਆਰ ਵਾਸਤੇ ਜਿਹੜੇ ਆ ਕਰਨੇ ਚਾਹੀਦੇ ਆ। ਪਰ ਪਲੀਜ਼ ਮੇਰਾ ਜਿਹੜਾ ਕਹਿਣਾ ਤੁਹਾਨੂੰ ਇਹ ਹੈ ਕਿ ਤੁਸੀਂ ਬਾਂਸਲ ਇਮੀਗ੍ਰੇਸ਼ਨ ਨੂੰ ਜ਼ਰੂਰ ਕੰਟੈਕਟ ਕਰੋ। ਤੇ ਇਸ ਦੇ ਨਾਲ ਜਿਹੜੇ ਐਡੀਲੇਡ ਤੋਂ ਸਾਨੂੰ ਜੇ ਕੋਈ ਸਾਨੂੰ ਦੇਖ ਰਿਹਾ ਆ ਤੇ ਉਹਨਾਂ ਵਾਸਤੇ ਆ ਕਿ ਅਜੇ ਜੀ ਜਿਹੜੇ ਐਡੀਲੇਡ ਜਿਹੜੇ ਆਫਿਸ ਹੈ ਉਹਨਾਂ ਦਾ ਇਸ ਵੀਕ ਤੋਂ ਜਾਂ ਨੈਕਸਟ ਵੀਕ ਤੋਂ ਤੁਸੀਂ ਇਸ ਵੀਕ ਜਾ ਰਹੇ ਜੀ, ਮੈਂ ਕੱਲ ਨੂੰ ਜਾ ਰਿਹਾ। ਕੱਲ ਨੂੰ ਜਾ ਰਹੇ ਹੋ ਤੇ ਪਲੀਜ਼ ਤੁਸੀਂ ਆਪਣੀ ਜਿਹੜੀ ਅਪਾਇੰਟਮੈਂਟ ਜਿਹੜੀ ਸਿਕਿਉਰ ਕਰ ਲਓ ਥੋੜੇ ਲਿਮਿਟਿਡ ਟਾਈਮ ਵਾਸਤੇ, ਫ੍ਰੀ ਆਫ ਕੋਸਟ ਆ। ਤੁਹਾਨੂੰ ਕੋਈ ਵੀ ਜਿਹੜਾ ਪੈਸਾ ਪੇ ਨਹੀਂ ਕਰਨਾ ਪਊਗਾ, ਪਰ ਲਿਮਿਟਿਡ ਟਾਈਮ ਦੇ ਲਈ ਆ ਜੀ। ਤੇ ਪੀਆਰ ਜਿਹੜੀ ਆ ਬਹੁਤ ਜ਼ਰੂਰੀ ਚੀਜ਼ ਆ। ਤੁਸੀਂ ਮੈਲਬਰਨ ਦੇ ਉਹਨਾਂ ਜਿਹੜਾ ਆਫਿਸ ਆ ਬਾਂਸਲ ਇਮੀਗ੍ਰੇਸ਼ਨ ਦਾ, ਉੱਥੇ ਵੀ ਕੰਟੈਕਟ ਕਰ ਸਕਦੇ ਹੋ 0406660960 ਤੇ ਇਹ ਅਜੇ ਜੀ ਦਾ ਨੰਬਰ ਹੈ। ਤੇ ਇਸ ਦੇ ਨਾਲ ਜਿਹੜਾ ਉਹਨਾਂ ਦਾ ਲੈਂਡਲਾਈਨ ਨੰਬਰ ਹੈ 0396021330 ਹੈ ਜੀ। ਤੇ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਦੇ ਲਈ ਉਹਨਾਂ ਨੂੰ ਕੰਟੈਕਟ ਕਰੋ ਤੇ ਉਹਨਾਂ ਦੇ ਨਾਲ ਜਿਹੜੀ ਤੁਸੀਂ ਆਪਣੀ ਅਪਾਇੰਟਮੈਂਟ ਜਿਹੜੀ ਬਣਾ ਸਕਦੇ ਹੋ। ਤੇ ਪਲੀਜ਼ ਪ੍ਰੋਗਰਾਮ ਨੂੰ ਲਾਈਕ ਦੇ ਨਾਲ ਸ਼ੇਅਰ ਜ਼ਰੂਰ ਕਰੋ ਤਾਂ ਕਿ ਇਨਫੋਰਮੇਸ਼ਨ ਆ ਸਾਰਿਆਂ ਤੱਕ ਪਹੁੰਚ ਸਕੇ। ਸੋ ਇਸ ਦੇ ਨਾਲ ਹੀ ਮੈਂ ਲੈਣੀ ਆ ਇਜਾਜ਼ਤ, ਮਿਲਦੀ ਹਾਂ ਨੈਕਸਟ ਫੋਰਟਨਾਈਟ ਤੁਹਾਡੇ ਨਾਲ। ਥੈਂਕ ਯੂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੈਂ ਨਰਵੈਰ ਸਿੰਘ ਕੰਦੋਲਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਬਲਜਿੰਦਰ ਕੰਦੋਲਾ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਅਸੀਂ ਪਿਛਲੇ 5 ਸਾਲ ਤੋਂ ਤੁਹਾਡੇ ਸਭ ਦੇ ਪਿਆਰ ਦੇ ਸਦਕਾ ਪੰਜਾਬ ਸਟਰੀਟ ਸਪਰਿੰਗਵੈਲ ਰਨ ਕਰ ਰਹੇ ਹਾਂ, ਜਿਸ ਦਾ ਐਡਰੈਸ ਸ਼ਾਪ 1 3082 ਸਪਰਿੰਗਵੇਲ ਰੋਡ, ਸਪਰਿੰਗਵੈਲ ਨੀਅਰ ਸਪਰਿੰਗਵੈਲ ਸੇਵ ਆ। ਤੇ ਹੁਣ ਅਸੀਂ ਤੁਹਾਡੇ ਸਾਰਿਆਂ ਦੀ ਭਾਰੀ ਮੰਗ ਤੇ ਅਸੀਂ ਲੈ ਕੇ ਆਏ ਹਾਂ ਪੰਜਾਬ ਸਟਰੀਟ ਇਨ ਕ੍ਰੇਨਬਰਨ ਨਾਰਥ, ਜਿਸ ਦਾ ਐਡਰੈਸ ਨੰਬਰ 9 ਲਿੰਡਨ ਟਰੀ ਵੇ, ਕ੍ਰੇਨਬਰਨ ਨਾਰਥ। ਸਾਡੇ ਕੋਲ ਬਹੁਤ ਹੀ ਅੱਛੀ ਡਾਈਨ ਇਨ ਫੈਸਿਲਿਟੀ ਆ, ਤੁਸੀਂ ਡਾਈਨ ਇਨ ਕਰ ਸਕਦੇ ਹੋ। ਅਸੀਂ ਤੁਹਾਡਾ ਮਨਪਸੰਦ ਫੂਡ ਤੁਹਾਡੇ ਤੱਕ ਡਿਲੀਵਰ ਕਰ ਸਕਦੇ ਹਾਂ ਜੇ ਤੁਸੀਂ ਚਾਹੁੰਦੇ ਹੋ। ਪਲੀਜ਼ ਵਿਜ਼ਿਟ ਆਵਰ ਵੈਬਸਾਈਟ ਔਨ www.punjabstreet.com.au
ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ 59338181। ਤੁਹਾਨੂੰ ਕੋਈ ਕੈਟਰਿੰਗ ਵਗੈਰਾ ਦੀ ਫੈਸਿਲਿਟੀ ਚਾਹੀਦੀ ਆ, ਅਸੀਂ ਉਹ ਵੀ ਸਾਡੇ ਕੋਲ ਅਵੇਲੇਬਲ ਹੈ, ਜਿਹਦੇ ਵਿੱਚ ਅਸੀਂ ਇਨ ਹਾਊਸ ਤੁਹਾਡੇ ਜਾ ਕੇ ਕੈਟਰਿੰਗ ਪ੍ਰੋਵਾਈਡ ਕਰ ਸਕਦੇ ਹਾਂ ਤੇ ਅਸੀਂ ਸਾਰਾ ਮਟੀਰੀਅਲ ਆਪ ਕੁੱਕ ਕਰਦੇ ਹਾਂ। ਕੁਝ ਵੀ ਇਦਾਂ ਦਾ ਨਹੀਂ ਜਿਹੜਾ ਕਿ ਅਸੀਂ ਫਰੋਜ਼ਨ ਯੂਜ਼ ਕਰਦੇ ਹਾਂ। ਜੇ ਤੁਸੀਂ ਮਿਸ ਕਰ ਰਹੇ ਹੋ ਉਹੀ ਇੰਡੀਆ ਵਾਲੀਆਂ ਚਾਟ ਤੇ ਸਟਰੀਟ 버ਗਰਸ, ਤਾਂ ਸਾਡੇ ਕੋਲ ਉਹ ਸਾਰੇ ਅਵੇਲੇਬਲ ਹੈ, ਜਿਵੇਂ ਕਿ ਗੋਲ ਗੱਪੇ, ਦਹੀਂ ਭੱਲੇ, ਪਾਪੜੀ ਚਾਟ ਜਾਂ ਉਹੀ ਨਿਊਡਲ 버ਗਰ, ਪਨੀਰ 버ਗਰ, ਆਲੂ ਟਿੱਕੀ 버ਗਰ ਤੇ ਕਰੀਮ 버ਗਰ। ਸਾਡੇ ਕੋਲ ਥਾਲੀ ਦੀ ਸਰਵਿਸ ਹੈ, ਜਿਹਦੇ ਵਿੱਚ ਅਸੀਂ ਹੋਮ ਸਟਾਈਲ ਹੀ ਸਬਜ਼ੀਆਂ ਪ੍ਰੋਵਾਈਡ ਕਰਦੇ ਨੇ, ਜਿਹਦੇ ਵਿੱਚ ਤੁਹਾਨੂੰ 2 ਕਰੀ ਰਾਈਸ ਤੇ ਰੋਟੀ ਪ੍ਰੋਵਾਈਡ ਕਰਾਂਗੇ ਤੇ ਉਹਦੇ ਵਿੱਚ ਇਹ ਹੈ ਕਿ ਉਹਦਾ ਕੋਈ ਜ਼ਿਆਦਾ ਕਾਸਟ ਨਹੀਂ ਹੈਗੀ। ਆਪਾਂ ਹਮੇਸ਼ਾ ਕ੍ਰੇਵਿੰਗ ਕਰਦੇ ਹਾਂ ਕਿ ਸਾਨੂੰ ਸਟਰੀਟ ਫੂਡ ਚਾਹੀਦਾ ਆ, ਅਸੀਂ ਬਿਲਕੁਲ ਸਾਡੇ 버ਗਰਸ ਦਾ ਟੇਸਟ ਇੱਕਦਮ ਸਟਰੀਟ ਸਟਾਈਲ ਇੰਡੀਅਨ ਸਟਾਈਲ ਹੈ ਜੀ। ਇੱਕ ਵਾਰੀ ਆ ਕੇ ਟਰਾਈ ਕਰੋ, ਤੁਸੀਂ ਮਿਸ ਨਹੀਂ ਕਰੋਗੇ ਇੰਡੀਆ ਨੂੰ, ਇਹ ਸਾਡਾ ਪ੍ਰੋਮਿਸ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ।